KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:28 ਹੋਏ ਹੈ, ਵੀਰਵਾਰ ਹੈ ਤੇ 17 ਜੂਨ ਬਰਾ 2021 ਦਾ 3 ਹਾੜ ਨਾਨਕਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਤ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਣਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਚੱਲਾਂਗੇ ਲੁਧਿਆਣੇ। ਇੱਕ ਚੜ੍ਹਦੀ ਬਰੇਸ ਦਾ ਲੇਖਕ ਹੈ ਮੁੰਡਾ ਰੋਹਿਤ ਕੁਮਾਰ ਨੇ ਬਹੁਤ ਸੰਵੇਦਨਸ਼ੀਲ ਮਸਲੇ ਤੇ ਮਿੰਨੀ ਛੋਟੀਆਂ ਕਹਾਣੀਆਂ ਦੀਆਂ 2 ਕਿਤਾਬਾਂ ਲਿਖੀਆਂ। ਉਹਨਾਂ ਕਿਤਾਬਾਂ ਦੀ ਗੱਲ ਉਸ ਮੁੰਡੇ ਨਾਲ ਆਪਾਂ ਕਰਾਂਗੇ। ਉਹ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆ, ਲੁਧਿਆਣੇ ਰਹਿੰਦਾ ਰੋਹਿਤ ਕੁਮਾਰ, ਤੇ ਬਾਈ ਜੀ ਜੱਗੀ ਕੁੱਸੇ ਹੋਰਾਂ ਦਾ ਸ਼ਾਗਿਰਦ ਹੈ। ਤੇ ਉਹ ਰੋਹਿਤ, ਉਹਨਾਂ ਨਾਲ ਮੈਂ ਗੱਲਬਾਤ ਕਰਾਂਗਾ, ਉਹਨਾਂ ਦੀਆਂ ਕਹਾਣੀਆਂ ਤੇ ਉਹਦਾ ਕਾਰਨ, ਅੰਤਰੀਬ, ਕਿਉਂ ਇਹੋ ਜਿਹਾ ਸੰਵੇਦਨਸ਼ੀਲ ਮਸਲਾ ਜਿਹੜਾ ਫੜਿਆ। ਤੇ ਰੋਹਿਤ ਦੀਆਂ ਕਿਤਾਬਾਂ ਫਿਰ ਤੁਸੀਂ ਬਾਅਦ ਚ ਪੜ੍ਹੋ, ਛੋਟੀਆਂ ਕਹਾਣੀਆਂ ਦੱਸਾਂਗਾ ਵੀ ਕਿੱਥੋਂ ਮਿਲਦੀਆਂ। ਰੋਹਿਤ ਕੁਮਾਰ ਨਾਲ ਪਹਿਲੇ ਹਿੱਸੇ 'ਚ ਗੱਲ। ਦੂਜੇ ਹਿੱਸੇ ਦੇ ਵਿੱਚ ਭਾਈਚਾਰੇ ਨਾਲ, ਪਰਿਵਾਰਾਂ ਨਾਲ ਸੰਬੰਧਿਤ ਵੀਰਵਾਰ ਦਾ ਦਿਨ ਹੁੰਦਾ, ਇੱਕ ਵਧੀਆ ਮਸਲੇ ਤੇ, ਭਾਈਚਾਰੇ ਦੇ ਮਸਲੇ ਤੇ ਗੱਲਬਾਤ ਹੋਏਗੀ। 1844 247 1550 1844247 1550 ਆਨਲਾਈਨ ਨੰਬਰ ਹੈ। krpiradio.com ਤੇ ਸਿੱਧਾ ਪ੍ਰਸਾਰਣ krpiradio.com। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਲੋਕ ਸੱਤ ਤੇ, ਪ੍ਰੋਗਰਾਮ ਜਾ ਕੇ ਉੱਥੇ ਸਾਰੇ ਤੁਸੀਂ ਸੁਣ ਸਕਦੇ ਹੋ। LOKSATTH। ਕੱਲ ਦੀਆਂ ਛੋਟੀਆਂ ਕਹਾਣੀਆਂ ਤੁਸੀਂ ਜਿਹੜੀਆਂ ਪਸੰਦ ਕੀਤੀਆਂ, ਅਣਖੀ ਸਾਹਿਬ ਦੀਆਂ, ਤੇ ਇਸ ਤਰ੍ਹਾਂ ਬਹੁਤ ਛੋਟੀਆਂ ਕਹਾਣੀਆਂ ਲਿਖੀਆਂ ਹੋਈਆਂ ਸਾਰੇ ਲੇਖਕਾਂ ਦੀਆਂ, ਕਿਤੇ ਨਾ ਕਿਤੇ ਸੁਣਾਇਆ ਕਰੂ ਤੇ ਇਕੱਠੀ ਰੀਲ ਵੀ ਚੱਲੂ। ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ ਹਰ ਜਾਈਏ ਤਾਂ ਚੰਗਾ ਹੈ, ਭੱਜਣ ਨਾਲੋਂ ਵਿੱਚ ਮੈਦਾਨੇ ਮਰ ਜਾਈਏ ਤਾਂ ਚੰਗਾ ਹੈ। ਚੜੀ ਹਨੇਰੀ ਰੱਬੀ ਜਾਣੇ ਕਿਹੜਾ ਰੰਗ ਲਿਆਵੇਗੀ, ਇਹਦੇ ਆਉਣ ਤੋਂ ਪਹਿਲਾਂ ਘਰ ਜਾਈਏ ਤਾਂ ਚੰਗਾ ਹੈ। ਖੌਰੇ ਕੱਲ ਮਿਲੇ ਨਾ ਮੌਕਾ ਫੇਰ ਇਕੱਠਿਆਂ ਹੋਵਣ ਦਾ, ਕੱਲ ਦੀਆਂ ਵੀ ਅੱਜ ਹੀ ਗੱਲਾਂ ਕਰ ਜਾਈਏ ਤਾਂ ਚੰਗਾ ਹੈ। ਕਿਉਂ ਵੇਲੇ ਦੀ ਉਂਗਲ ਫੜ ਕੇ ਵਾਲ ਸਦਾਈਏ ਲੋਕਾਂ ਤੋਂ, ਕਿਉਂ ਵੇਲੇ ਦੀ ਉਂਗਲ ਫੜ ਕੇ ਵਾਲ ਸਦਾਈਏ ਲੋਕਾਂ ਤੋਂ, ਨਕਲਾਂ ਨਾਲੋਂ ਕੋਰਾ ਪਰਚਾ ਧਰ ਜਾਈਏ ਤਾਂ ਚੰਗਾ ਹੈ। ਖੂਹ ਗਰਜਨ ਦਾ ਸਦੀਆਂ ਹੋਈਆਂ ਸਾਡੇ ਕੋਲੋਂ ਭਰਿਆ ਨਹੀਂ, ਅਜੇ ਵੀ ਵੇਲਾ ਇਹਦੇ ਕੋਲੋਂ ਡਰ ਜਾਈਏ ਤਾਂ ਚੰਗਾ ਹੈ। ਖਬਰੇ ਕੱਲ ਨੂੰ ਪੀੜ ਮਨਾਵੇ ਜੁੱਸਾ ਬਾਬਾ ਫੁੱਲਾਂ ਦੀ, ਖਬਰੇ ਕੱਲ ਨੂੰ ਪੀੜ ਮਨਾਵੇ ਜੁੱਸਾ ਬਾਬਾ ਫੁੱਲਾਂ ਦੀ, ਪਰਖ ਕਰਾਉਣ ਲਈ ਕੁਝ ਤੇ ਪੱਥਰ ਜਰ ਜਾਈਏ ਤਾਂ ਚੰਗਾ ਹੈ। ਪਰਖ ਕਰਾਉਣ ਲਈ ਕੁਝ ਤੇ ਪੱਥਰ ਜਰ ਜਾਈਏ ਤਾਂ ਚੰਗਾ ਹੈ। ਬਾਬਾ ਨਜ਼ਮੀ ਲਿਖਦਾ। ਧੰਨਵਾਦ ਜੀ ਸਾਰਿਆਂ ਦਾ, ਜਿਹੜੇ ਵੀ ਜਿੱਥੇ ਵੀ ਬੈਠੇ ਪ੍ਰੋਗਰਾਮ ਸੁਣਦੇ ਹੋ। ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਦਿਨ ਪੂਰਾ ਕਾਇਮ ਹੈ। ਹੁਣ 5-4 ਦਿਨ ਖੜਕੂ ਪੂਰਾ, ਤੇ ਧੁੱਪ ਹੈ ਜਿਹੜੀ, ਇਹ ਸੂਰਜ ਆ ਜਿਹੜਾ, ਇਹ ਸ਼ਕਤੀ ਦਾ ਪ੍ਰਤੀਕ ਹੈ। ਬੰਦਾ ਪੱਬਾਂ ਤੇ ਫਿਰਦਾ, ਜੇ 6:30 ਨੂੰ ਦਿਖ ਜਵੇ ਵੀ ਚੜਿਆ ਪਿਆ ਸੂਰਜ ਅੱਜ, ਖੁਸ਼ ਹੋ ਜਾਂਦੇ ਨੇ ਲੋਕ, ਕਿਉਂਕਿ ਇਹਦੇ ਨਾਲ ਹੀ ਸਭ ਕੁਝ ਮੌਲਦਾ। ਬਨਸਪਤੀ ਦੇਖਿਓ ਬਈ ਇੱਕ ਦਿਹਾੜੀ ਧੁੱਪ ਲੱਗੀ ਹੋਵੇ, ਕਿੱਥੇ ਗੱਲ ਖੜਦੀ ਹੈ। ਰੋਹਿਤ ਕੁਮਾਰ ਜੀ ਮੇਰੇ ਨਾਲ ਨੇ। ਹੁਣ ਰੋਹਿਤ ਕੁਮਾਰ ਹੋਰਾਂ ਨਾਲ ਗੱਲਬਾਤ ਕਰਦੇ ਆ। ਉਹਨਾਂ ਦੀਆਂ ਕਿਤਾਬਾਂ 2 ਲਿਖੀਆਂ ਮੁੰਡੇ ਨੇ, ਚੜ੍ਹਦੀ ਬਰੇਸ ਦੇ ਵਿੱਚ ਹੈ, ਤੇ ਪਹਿਲੀ ਵਾਰ ਹੀ ਜਿਹੜਾ ਇਹੋ ਜਿਹਾ ਵਿਸ਼ਾ ਜਿਹੜਾ ਫੜਿਆ ਰੋਹਿਤ ਨੇ, ਸਿਰੇ ਲਾਤੀ ਗੱਲ। ਰੋਹਿਤ ਜੀ ਸਤਿਕਾਰ ਤੇ ਸਤਿ ਸ੍ਰੀ ਅਕਾਲ, ਜੀਓ ਆਇਆ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਬਹੁਤ ਬਹੁਤ। ਪਹਿਲੀ ਤਾਂ ਗੱਲ, ਰਾਤ ਦਾ 1 ਵਜਿਆ ਤੇ ਤੁਸੀਂ ਸਮਾਂ ਕੱਢਿਆ, ਆਪਾਂ ਗੱਲਬਾਤ ਕਰ ਰਹੇ ਹਾਂ। ਸਭ ਤੋਂ ਪਹਿਲਾਂ ਸੁਣਨ ਵਾਲਿਆਂ ਨੂੰ ਆਪਣੇ ਪਿਛੋਕੜ ਬਾਰੇ ਦੱਸੋ, ਕਿੱਥੇ ਜਿਹੜੇ ਵੱਡੇ ਹੋਏ, ਕਿਹੜਾ ਏਰੀਆ ਪਿੱਛੋਂ, ਤੇ ਹੁਣ ਤਾਂ ਮੈਨੂੰ ਪਤਾ ਲੁਧਿਆਣੇ ਹੋ ਤੁਸੀਂ। ਹਾਂਜੀ, ਬੇਸਿਕਲੀ ਸਰ ਮੈਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਜੀ। ਇੱਥੇ ਮੈਂ ਆਪਣੀ ਸਕੂਲੀ ਪੜ੍ਹਾਈ ਕੀਤੀ ਸੀਗੀ, ਤੇ ਉਸ ਤੋਂ ਬਾਅਦ ਮੈਂ ਸਰ ਫਗਵਾੜਾ ਤੋਂ ਆਪਣਾ ਡਿਪਲੋਮਾ ਔਰ ਡਿਗਰੀ ਕੀਤੀ ਜੀ ਮਕੈਨੀਕਲ ਦੀ। ਪਿੰਡ ਦੱਸੋ ਫਿਰ ਹੁਸ਼ਿਆਰਪੁਰ ਜ਼ਿਲ੍ਹੇ ਦਾ, ਮੈਂ ਤਾਂ ਕੱਲਾ ਪਿੰਡ ਜਾਣਦਾ ਹੁਸ਼ਿਆਰਪੁਰ ਦਾ। ਹਾਂਜੀ, ਪਿੰਡ ਨੰਦਨ ਪਿੰਡ ਹੈ ਜੀ ਸਾਡਾ, ਊਨਾ ਰੋਡ ਤੇ ਹੈ ਜੀ, ਜਲੰਧਰ ਆਪਣੇ ਹੁਸ਼ਿਆਰਪੁਰ ਤੋਂ। ਹਾਂਜੀ, ਊਨਾ ਰੋਡ ਤੇ ਪਿੰਡ ਹੈ ਜੀ ਨੰਦਨ ਸਰ। ਨੰਬਰ ਠੀਕ ਹੈ। ਹਾਂਜੀ। ਅੱਛਾ ਰੋਹਿਤ,
ਹੁਣ ਆਪਾਂ ਚੱਲੀਏ ਤੁਹਾਡੀਆਂ ਕਿਰਤਾਂ ਵੱਲ ਨੂੰ। ਲਿਖਣ ਦਾ ਜਿਹੜਾ ਝਾਸਾ ਕਦ ਪਿਆ, ਕਦ ਲਿਖਣ ਲੱਗੇ? ਲਿਖਣ ਦਾ ਸਰ ਕਰੀਬ ਮੈਨੂੰ 11-12 ਸਾਲ ਪਹਿਲਾਂ ਮੈਂ ਜਿਹੜਾ ਪੜ੍ਹਨਾ ਸ਼ੁਰੂ ਕੀਤਾ ਸੀਗਾ ਪਹਿਲਾਂ ਨਾਨਕ ਸਿੰਘ ਜੀ ਦੇ ਨਾਵਲਾਂ ਤੋਂ। ਔਰ ਜਿਹੜਾ ਇਹ ਲਿਖਣ ਦੀ ਸਰ ਮੇਰੀ ਸ਼ੁਰੂਆਤ ਹੋਈ ਸੀ ਇਹ 2015 ਤੋਂ ਹੋਈ ਹੈ ਜੀ। ਅੱਛਾ। ਹਾਂਜੀ ਹਾਂਜੀ। ਦੁਨੀਆ ਭਰ ਦੇ ਲੇਖਕਾਂ ਨੂੰ ਮੈਂ ਪੜ੍ਹਦਾ, ਦੁਨੀਆ ਭਰ ਦੇ ਲੇਖਕਾਂ ਦੀਆਂ ਕਹਾਣੀਆਂ ਸੁਣਾਉਣਾ। ਜੱਗੀ ਕੁੱਸੇ ਵਰਗੇ ਸਿਰਮੌਰ ਨਾਵਲਕਾਰ ਜਿਨ੍ਹਾਂ ਦੀ ਧਾਕ ਹੈ ਦੁਨੀਆ ਦੇ ਵਿੱਚ, ਤੇ ਸਰਾਜ ਸ਼ਾਦ, ਤੇ ਉਸ ਤੋਂ ਬਾਅਦ ਕਿਰਪਾਲ ਕਜ਼ਾਕ ਨੇ, ਤੇ ਉਸ ਤੋਂ ਬਾਅਦ ਅਣਖੀ ਸਾਹਿਬ ਨੇ। ਬਹੁਤ ਵੱਡੀ ਜਿਹੜੀ ਗਿਣਤੀ ਹੈ ਸਾਡੇ ਲੋਕਲ ਇੱਥੇ ਦੇ ਲੇਖਕ ਨੇ, ਉਹਨਾਂ ਦੀਆਂ ਕਿਰਤਾਂ ਮੈਂ ਪੜ੍ਹਦਾ। ਜਿਹੜਾ ਤੁਸੀਂ ਜਿਹੜੀਆਂ ਦੋ ਤੁਹਾਡੀਆਂ ਕਿਤਾਬਾਂ ਨੇ, ਇੱਕ ਆ ਕਠਪੁਤਲੀਆਂ ਤੇ ਦੂਜੀ ਆ 1/2। ਪਹਿਲਾਂ ਕਠਪੁਤਲੀ ਦੀ ਮੈਂ ਗੱਲ ਕਰਾਂ ਤੁਹਾਨੂੰ। ਤੁਸੀਂ ਦੇਹ ਵਪਾਰ ਕਰਨ ਵਾਲੀਆਂ ਦੀ ਦਰਦ ਭਰੀ ਦਾਸਤਾਨ ਜਿਹੜੀ ਕਰਦਾ ਹੈ, ਮਿੰਨੀ ਕਹਾਣੀ ਸੰਗ੍ਰਹਿ ਹੈ। ਇਹ ਬਹੁਤ ਸੰਵੇਦਨਸ਼ੀਲ ਮਸਲਾ ਰੋਹਿਤ, ਇਹਦੇ ਵੱਲ ਕੋਈ ਗੱਲ ਨਹੀਂ ਕਰਦਾ, ਇਹਨੂੰ ਦੇਖਦਿਆਂ ਹੁੰਦਿਆਂ ਵੀ ਗੱਲ ਕਰਦਾ ਨਹੀਂ। ਮਰਦ ਪ੍ਰਧਾਨ ਸਮਾਜ ਦੇ ਵਿੱਚ, ਮਰਦ ਦੁਨੀਆ ਦੇ ਵਿੱਚ, ਚਲੋ ਪੰਜਾਬ ਦੇ ਵਿੱਚ ਤਾਂ ਜਾਂ ਭਾਰਤ ਦੇ ਵਿੱਚ ਤਾਂ ਪੁਲਿਸ ਡੰਡੇ ਮਾਰਦੀ ਹੈ, ਪਰ ਦੁਨੀਆ ਦੇ ਵਿੱਚ ਮਨੁੱਖਤਾ ਦੇ ਮੂੰਹ ਚੜਾਉਂਦੇ ਇਹ ਬਰੋਥਲ ਜਿਹੜੇ ਨੇ, ਵੇਸ਼ਵਾਵਾਂ ਦੇ ਘਰ ਨੇ 10-10 ਕਿਲੋਮੀਟਰ ਦੇ ਏਰੀਏ ਦੇ ਵਿੱਚ। ਐਮਸਟਰਡੈਮ ਦੇ ਵਿੱਚ, ਨੈਦਰਲੈਂਡ ਦੇ ਵਿੱਚ ਰੈੱਡ ਲਾਈਟ ਡਿਸਟ੍ਰਿਕਟ ਹੈ, ਦਿੱਲੀ ਦੇ ਵਿੱਚ ਸੀ। ਤੇ ਇਹ ਮਸਲੇ ਵੱਲ ਥੋੜਾ ਧਿਆਨ ਕਿਉਂ ਗਿਆ, ਕਿਵੇਂ ਗਿਆ, ਤੇ ਇਹਦਾ ਕਾਰਨ ਕੀ ਹੈ? ਸਰ ਜੀ ਇਸ ਤਰ੍ਹਾਂ ਹੈਗਾ, ਮੈਂ ਆਪਣੇ ਨਾਨਕ ਸਿੰਘ ਜੀ ਦਾ ਨਾਵਲ ਪੜ੍ਹਦਾ ਸੀਗਾ ਧੁੰਦਲੇ ਪਰਛਾਵੇਂ। ਉਹਦੇ ਵਿੱਚ ਘਟਨਾਕ੍ਰਮ ਆਉਂਦਾ ਇੱਕ ਜਗ੍ਹਾ ਵੇਸਵਾਵਾਂ ਦਾ, ਔਰ ਵੇਸਵਾ ਪਾਤਰ, ਉਹਦੇ ਨਾਲ ਮੇਰੀ ਸਰ ਪਾਤਰ ਦੇ ਨਾਲ ਇੰਨੀ ਹਮਦਰਦੀ ਜੁੜ ਗਈ ਕਿ ਪਹਿਲੀ ਵਾਰ ਮੈਨੂੰ ਉੱਥੋਂ ਹੀ ਪਤਾ ਲੱਗਾ ਸੀਗਾ ਵੀ ਵੇਸਵਾਗਿਰੀ ਨਾਂ ਦੀ ਵੀ ਕੋਈ ਚੀਜ਼ ਹੈ ਜਾਂ ਕਿਸ ਤਰ੍ਹਾਂ ਹੈ। ਤੇ ਉਹ ਉਤਸੁਕਤਾ ਮੇਰੀ ਵੱਧਦੀ ਇੰਨੀ ਵੱਧ ਗਈ ਕਿ ਮੈਂ ਇਹਨਾਂ ਬਾਰੇ ਸਭ ਕੁਝ ਜਾਣਨਾ, ਸਭ ਕੁਝ ਖੰਗਾਲਣਾ ਸ਼ੁਰੂ ਕਰ ਦਿੱਤਾ ਸਰ। ਤੇ ਫਿਰ ਉਹਦਾ ਨਤੀਜਾ ਜਿਹੜਾ ਇਹ ਕਠਪੁਤਲੀਆਂ ਕਿਤਾਬ ਤੁਹਾਡੇ ਹੱਥ 'ਚ ਹੈ ਜੀ। ਅੱਛਾ, ਤੇ ਜਦ ਸਮੱਗਰੀ ਇਕੱਠੀ ਹੋ ਰਹੀ ਸੀ ਰੋਹਿਤ, ਉਹ ਫਿਰ ਕਿਵੇਂ ਇਕੱਠੀ ਹੋਈ, ਕਿੱਥੋਂ ਹੋਈ, ਤਜਰਬੇ ਕਿੱਥੋਂ ਸਾਂਝੇ ਹੋਏ? ਕਿਉਂਕਿ ਕਹਾਣੀ ਲਿਖਣ ਲਈ ਕੋਈ ਵਿਸ਼ਾ ਵਸਤੂ ਤੇ ਉਹਦਾ ਆਧਾਰ ਚਾਹੀਦਾ, ਉਹਦੇ ਆਲੇ ਦੁਆਲੇ ਫਿਰ ਤੁਸੀਂ ਜਿਹੜਾ ਉਹਨੂੰ ਲੈ ਕੇ ਜਾਂਦੇ। ਜੇ ਚੱਕ ਹੈ ਨਹੀਂ ਘੁਮਿਆਰ ਕੋਲ, ਉਹ ਕੁੱਜੀਆਂ ਤੇ ਤੌੜੀਆਂ ਨਹੀਂ ਬਣਾ ਸਕਦਾ। ਪਹਿਲਾਂ ਚੱਕ ਚਾਹੀਦਾ ਤੇ ਫਿਰ ਉਹਦੇ ਆਲੇ ਦੁਆਲੇ ਚੀਜ਼ਾਂ ਘੁੰਮਦੀਆਂ। ਇਹ ਕਿਵੇਂ ਫਿਰ ਤੁਸੀਂ ਇਹਦੇ ਬਾਰੇ ਜਦ ਖੋਜ ਕੀਤੀ ਤਾਂ ਕਿਵੇਂ ਕੀਤੀ, ਕਿੱਥੋਂ ਕੀਤੀ? ਸਰ ਜੀ ਇਹਦੇ ਲਈ ਮੇਨ ਸਰ ਜੋ ਸਹਾਇਕ ਸਮੱਗਰੀ ਦੇ ਵਿੱਚ ਜੋ 1-2 ਕਿਤਾਬਾਂ ਇਹਨਾਂ ਦੇ ਬਾਰੇ ਪਹਿਲਾਂ ਆ ਚੁੱਕੀਆਂ ਸੀਗੀਆਂ, ਉਹ ਤੇ ਸੋਸ਼ਲ ਮੀਡੀਆ ਦਾ ਸਰ ਬਹੁਤ ਵੱਡਾ ਰੋਲ ਰਿਹਾ। YouTube ਤੇ ਇਹਨਾਂ ਦੇ ਬਾਰੇ ਜੋ ਡਾਕੂਮੈਂਟਰੀਜ਼ ਬਣੀਆਂ ਜਾਂ ਸ਼ਾਰਟ ਫਿਲਮਾਂ ਬਣੀਆਂ, ਜਾਂ ਫਿਰ ਕੁਝ ਪਾਕਿਸਤਾਨੀ ਚੈਨਲਾਂ ਦੇ ਉੱਤੇ ਇਹਨਾਂ ਦੇ ਸਥਾਨਾਂ ਤੇ ਜਾ ਕੇ ਇਹਨਾਂ ਨਾਲ ਜੋ ਇੰਟਰਵਿਊਜ਼ ਕੀਤੀਆਂ ਗਈਆਂ, ਉਹ ਮੈਨੂੰ ਬਹੁਤ ਇੰਪੋਰਟੈਂਟ ਉਹਨਾਂ ਦਾ ਜਿਹੜਾ ਯੋਗਦਾਨ ਰਿਹਾ ਇਹ ਸਹਾਇਕ ਸਮੱਗਰੀ ਦੇ ਤੌਰ ਤੇ ਸਰ। ਰੋਹਿਤ, ਇੱਕ ਕਿਉਂਕਿ ਜਦ ਕਹਾਣੀ ਲਿਖਦਾ ਲੇਖਕ ਉਹਦੇ ਵਿੱਚ ਬੈਠ ਕੇ ਪਾਤਰ ਦੇ ਲਿਖਣਾ ਪੈਂਦਾ। ਉਹ ਪੇਤਲਾ ਲਿਖ ਦੋਗੇ ਕਿਸੇ ਨੇ ਨਹੀਂ ਪੜ੍ਹਨਾ। ਤੁਹਾਡੀਆਂ ਕਹਾਣੀਆਂ ਦੇ ਵਿੱਚ ਡੰਗਾਈ ਹੈ, ਕਹਾਣੀਆਂ ਲਿਖੀਆਂ ਤੇ ਬਹੁਤ ਪਿਓ ਨਾਲ ਲਿਖੀਆਂ ਹੋਈਆਂ ਨੇ, ਕਹਾਣੀਆਂ ਵਧੀਆ ਲਿਖੀਆਂ ਹੋਈਆਂ। ਅੱਛਾ, ਇਹਨੂੰ ਫਿਰ ਜਦ ਨੇੜਿਓਂ ਹੰਢਾਇਆ ਤਾਂ ਉਹ ਕਿਵੇਂ ਹੰਢਾਇਆ? ਫਿਰ ਇਹਦੇ ਤੇ ਜਿਹੜੀਆਂ ਚੀਜ਼ਾਂ ਫੜੀਆਂ ਤੇ ਉੱਥੇ ਫਿਰ ਕਿਤੇ ਇਹ ਵੀ ਹੋਇਆ, ਸਮਾਜ ਦੇ ਵਿੱਚ ਰਹਿੰਦੇ ਆ ਤੁਸੀਂ, ਪਰਿਵਾਰ ਦੇ ਵਿੱਚੋਂ ਮਾਪੇ ਨੇ, ਪਰਿਵਾਰ ਦੇ ਜੀਅ ਨੇ, ਫਿਰ ਉਹਦੇ ਵਿੱਚੋਂ ਜਿਹੜੀਆਂ ਜਦ ਉਹਨੂੰ ਸੋਚਿਆ ਉਹਦੇ ਵਿੱਚ ਬੈਠ ਕੇ ਪਾਤਰਾਂ ਦੇ ਵਿੱਚ ਮੁਸ਼ਕਲ ਕਿੰਨੀ ਕੁ ਆਈ, ਇਹ ਦੱਸੋ। ਮੁਸ਼ਕਲ ਤਾਂ ਸਰ ਬਹੁਤ ਆਈ। ਪਹਿਲਾਂ ਤਾਂ ਜਦੋਂ ਮੈਂ ਆਪਣੇ ਇੱਕ ਸੱਜਣ ਨਾਲ ਡਿਸਕਸ਼ਨ ਕੀਤਾ ਸੀਗਾ ਵੀ ਮੈਂ ਇਸ ਵਿਸ਼ੇ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ, ਆਪਣੀ ਖੋਜ ਕਰਨੀ, ਰਿਸਰਚ ਕਰਨੀ ਸ਼ੁਰੂ ਕੀਤੀ, ਤਾਂ ਉਹਨੇ ਮੈਨੂੰ ਇੱਕੋ ਗੱਲ ਕਹੀ ਸੀ, ਕਹਿੰਦੇ ਵੀ 25-26 ਸਾਲ ਤੇਰੀ ਉਮਰ ਆ, ਵੀ ਹੈ ਵੀ ਤੂੰ ਕੁਵਾਰਾ ਆ, ਵੀ ਮੈਨੂੰ ਥੋੜਾ ਜਿਹਾ ਇਸ ਗੱਲ ਦਾ ਡਰ ਆ ਵੀ ਤੈਨੂੰ ਇਹਨਾਂ ਦੇ ਨਾਲ ਜੋੜ ਨਾ ਦਿੱਤਾ ਜਾਵੇ, ਵੀ ਸ਼ਾਇਦ ਇਹ ਇਹਨਾਂ ਦੇ ਕੋਲ ਜਾਂਦਾ ਸੀਗਾ ਜਾਂ ਇਹਦਾ ਆਪਣਾ ਜੀਵਨ ਵੀ ਇਸ ਤਰ੍ਹਾਂ ਦਾ ਹੈ, ਵੀ ਇਹ ਵੀ ਗਾਹਕਾਂ ਦੀ ਲਾਈਨ 'ਚ ਹੋਏਗਾ ਤੇ
ਕਹਿੰਦੇ ਵੀ ਤੇਰੇ ਨਾਂ ਨਾਲ ਸ਼ਾਇਦ ਇਹ ਕਲੰਕ ਜੁੜ ਜਾਵੇ ਜਾਂ ਧੱਬਾ ਜੁੜ ਜਾਵੇ ਜਾਂ ਬਦਨਾਮੀ ਜੁੜ ਜਾਵੇ। ਤੇ ਮੈਂ ਉੱਥੋਂ ਪਹਿਲਾਂ ਤਾਂ ਮੈਂ 2 ਲਾਈਨਾਂ ਸਿਰਫ ਉਦੋਂ ਲਿਖੀਆਂ ਸੀਗੀਆਂ ਵੀ ਜੇ ਉਹਨਾਂ ਨੂੰ ਗੰਦੀਆਂ ਕਿਹਾ ਜਾਂਦਾ ਤੇ ਉਹਨਾਂ ਦੇ ਕੋਲ ਜਾਣ ਵਾਲੇ ਵੀ ਜੋ ਆ ਉਹ ਦੁੱਧ ਧੋਤੇ ਨਹੀਂ ਆ। ਤੇ ਉਸ ਤੋਂ ਬਾਅਦ ਸਰ ਜਦੋਂ ਕਹਾਣੀਆਂ ਦੀ ਸਿਰਜਣਾ ਕੀਤੀ ਗਈ ਆ ਉਦੋਂ ਵੀ ਮੈਨੂੰ ਇਹ ਮੁਸ਼ਕਲ ਆਈ ਆ ਵੀ ਆਮ ਤੌਰ ਤੇ ਜਦੋਂ ਮੈਂ ਕੋਈ ਚੀਜ਼ ਲਿਖਦਾ, ਕਹਾਣੀ ਲਿਖਦਾ, ਜੇ ਕੋਈ ਆਸ-ਪਾਸ ਕੋਈ ਘਰ ਦਾ ਮੈਂਬਰ ਵੀ ਪੜ੍ਹ ਲੈਂਦਾ ਜਾਂ ਕੋਈ ਗੁਆਂਢੀ ਆ ਜਾਂਦਾ, ਮਿੱਤਰ ਆ ਜਾਂਦਾ ਤਾਂ ਮੈਨੂੰ ਕੋਈ ਮੁਸ਼ਕਲ ਨਹੀਂ ਹੋਈ। ਬਟ ਇਸ ਚੀਜ਼ ਬਾਰੇ ਜਦੋਂ ਮੈਂ ਲਿਖਦਾ ਸੀਗਾ ਤਾਂ ਮੈਨੂੰ ਬੜੀ ਸਾਂਭ ਸੰਭਾਲ ਨਾਲ ਰੱਖਣਾ ਪੈਂਦਾ ਸੀ ਕਿਉਂਕਿ 1-2 ਵਾਰ ਮੇਰੀ ਉਹ ਕਹਾਣੀ ਕਿਸੇ ਨੇ ਪੜ੍ਹੀ ਤਾਂ ਉਹ ਮੈਨੂੰ ਸਵਾਲ ਦਾ ਇਹ ਸਾਹਮਣਾ ਕਰਨਾ ਪਿਆ ਵੀ ਇਹ ਕਿਸ ਤਰ੍ਹਾਂ ਵੀ ਏਦਾਂ ਕਿੱਦਾਂ ਪਤਾ। ਉਹ ਬੜਾ ਮੈਨੂੰ ਮੁਸ਼ਕਲ ਦਾ ਸਰ ਉਦੋਂ ਸਾਹਮਣਾ ਕਰਨਾ ਪਿਆ ਜੀ ਇਹ ਕਿਤਾਬ ਨੂੰ ਲਿਖਣ ਦੇ ਵਕਤ ਵੀ। ਕਹਾਣੀਆਂ ਛੋਟੀਆਂ ਨੇ ਕਠਪੁਤਲੀਆਂ ਦੇ ਵਿੱਚ ਤੇ ਬਹੁਤ ਨੇ ਨੰਬਰ ਉਹਨਾਂ ਦੇ 9 ਗੋਲਾ ਰੱਬ ਪਸਤੌਲ 4 ਨੰਬਰ ਕਮਰਾ 100 ਕਹਾਣੀ ਹੈ। ਮੁਸ਼ਕ ਔਕਾਤ ਸਤੀ ਸਵਿਤਰੀ ਜਾਦੂਗਰਨੀ ਮੁਰਗੀ ਬਰਫ਼ ਤਿਲਕਣ ਮਸ਼ੀਨ ਗੰਦੀ ਗਲੀ ਧੋਖੇਬਾਜ਼ ਇਆਸ਼ੀ ਇਹ ਜਿਹੜੀਆਂ 100 ਦੇ ਕਰੀਬ ਕਹਾਣੀਆਂ ਨੇ। ਅੱਛਾ ਜਦ ਇਹ ਆਈ ਵਿਸ਼ਲੇਸ਼ਣ ਜਦ ਹੋਇਆ ਤੁਹਾਡੀ ਸੰਗਤ ਦੇ ਵਿੱਚ ਜਿਹੜੇ ਤੁਸੀਂ ਲੇਖਕ ਹੋ ਜਦ ਲੋਕਾਂ ਨੇ ਤੁਹਾਡੇ ਜਿਹੜਾ ਆਲੇ ਦੁਆਲੇ ਦਿਆਂ ਨੇ ਇਹਨੂੰ ਪੜ੍ਹਿਆ ਕੀ ਹੰਗਾਰਾ ਸੀ, ਕੀ ਲੋਕਾਂ ਨੇ ਇਹ ਤੇ ਪ੍ਰਗਟਾ ਕੀਤਾ, ਕੀ ਕਿਹਾ ਸੀ? ਸਰ ਜੋ ਮੁੱਖ ਤਾਂ ਮੈਨੂੰ ਇਸ ਦੇ ਬਾਰੇ ਹੰਗਾਰਾ ਉਹ ਔਰਤਾਂ ਵੱਲੋਂ ਸਰ ਜ਼ਿਆਦਾ ਮਿਲਿਆ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਤੁਸੀਂ ਹੈਰਾਨ ਹੋਵੋਗੇ। ਇੱਕ ਭੈਣ ਜੀ ਦਾ ਫੋਨ ਆਇਆ ਸੀ ਤੇ ਉਹਨੇ ਕਿਹਾ ਵੀ ਮੈਂ ਤੁਹਾਡੀ ਇਸ ਕਿਤਾਬ ਤੋਂ ਜਾਂ ਔਰਤਾਂ ਬਾਰੇ ਜੋ ਤਰਾਸਦੀ ਆ ਜੋ ਮਜਬੂਰੀ ਬਸ ਇਹਨਾਂ ਨੂੰ ਇਹ ਧੰਦਾ ਕਰਨਾ ਪਿਆ ਕਹਿੰਦੇ ਵੀ ਇੰਨੀ ਇਹਦੇ ਵਿੱਚ ਮੈਨੂੰ ਸੱਚਾਈ ਲੱਗੀ ਮੈਂ ਇੰਨੀ ਪ੍ਰਭਾਵਿਤ ਹੋਈ ਆ। ਉਹਨਾਂ ਦੀ ਸਰ ਇੱਕ 16 ਸਾਲ ਦੀ ਬੇਟੀ ਆ ਔਰ ਇੱਕ 12 ਸਾਲ ਦੀ ਬੇਟੀ ਆ। ਉਹ ਕਹਿੰਦੇ ਵੀ ਮੈਨੂੰ ਇਹਨਾਂ ਦੋਨਾਂ ਲਈ ਵੀ ਤੁਸੀਂ ਇੱਕ ਕਿਤਾਬ ਭੇਜੋ, ਮੈਂ ਇਹਨਾਂ ਦੋਨਾਂ ਨੂੰ ਵੀ ਪੜ੍ਹਾਉਣਾ ਚਾਹੁੰਦੀ ਆ। ਮੈਨੂੰ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਪੜ੍ਹਾਉਣ ਵੇਲੇ ਲੱਗਦਾ ਵੀ ਇਹ 'ਚ ਕੁਛ ਗਲਤ ਆ ਜਾਂ ਕੁਛ ਵੀ ਬੱਚੇ ਪੜ੍ਹ ਕੇ ਕੁਛ ਵਿਗਾੜ ਵੱਲ ਨੂੰ ਜਾਊਗੇ ਜਾਂ ਕਿੱਦਾਂ। ਉਹ ਸਰ ਸਭ ਤੋਂ ਮੈਨੂੰ ਮੁੱਖ ਲੱਗਾ ਉਹ ਹੰਗਾਰਾ ਵੀ ਉਹਨਾਂ ਨੇ ਆਪਣੀਆਂ ਛੋਟੀ ਉਮਰ ਦੀਆਂ ਬੱਚੀਆਂ ਨੂੰ ਵੀ ਮੇਰੀ ਇਹ ਜਿਹੜੀ ਕਿਤਾਬ ਹੈ ਉਹ ਪੜ੍ਹਾਈ ਆ ਅਲੱਗ ਤੋਂ ਖਰੀਦ ਕੇ। ਅੱਛਾ ਹੁਣ ਇਹ ਕਿਤਾਬਾਂ ਤੋਂ ਬਾਅਦ ਇਹ ਲਿਖਣ ਤੋਂ ਬਾਅਦ ਹਲੇ ਆਪਾਂ ਦੂਸਰੇ ਬੰਨਾ ਦੂਸਰੀ ਤੁਹਾਡੀ ਕਿਤਾਬ ਦੀ ਗੱਲ ਕਰਨੀ ਹੈ। ਕਠਪੁਤਲੀਆਂ ਦੇ ਬਾਰੇ ਜਦ ਲਿਖ ਦਿੱਤੀ ਤੇ ਲਿਖਣ ਤੋਂ ਬਾਅਦ ਹੁਣ ਕੀ ਮਹਿਸੂਸ ਕੀ ਕਰਦੇ ਆਪਣੇ ਤੌਰ ਤੇ? ਕੀ ਲੱਗਦਾ ਹੈ ਰੋਹਿਤ ਕਿਵੇਂ ਇਸ ਨੂੰ ਸੋਚਦਾ ਬਈ ਮੈਂ ਆਪਣਾ ਸਮਾਜ ਦਾ ਯੋਗਦਾਨ, ਕਿਉਂਕਿ ਇਹ ਜਿਹੜਾ ਵਿਸ਼ਾ ਬੜਾ ਅਲੱਗ ਕਿਸਮ ਦਾ ਵਿਸ਼ਾ ਹੈ ਔਰ ਅੱਜ ਦੇ ਸਮੇਂ 'ਚ 21ਵੀਂ ਸਦੀ 'ਚ ਇਹ ਤਾਂ ਜਿਹੜਾ ਕੁਛ ਆਪਾਂ ਨੂੰ ਰੋਹਿਤ ਦਿਖਦਾ ਹੈ ਇਹ ਤਾਂ ਬਹੁਤ ਥਲੜਾ ਜਿਹੜਾ ਲੈਵਲ ਹੈ ਜਿਹੜਾ ਆਪਾਂ ਆਪਣੇ ਭਾਰਤ 'ਚ ਦੇਖਦੇ ਹਾਂ ਗਰੀਬੀ ਦੀ ਕਹਾਣੀ। ਪਰ ਇਦੋਂ ਅੱਗੇ ਹੁਣ ਇਸ ਨੂੰ ਆਨੰਦ ਲਾ ਲਓ, ਪੈਸਾ ਲਾ ਲਓ, ਇਆਸ਼ੀ ਕਰਨ ਦਾ ਜ਼ਰੀਆ ਲਾ ਲਓ, ਕੋਈ ਮਕਾਮ ਪਾਉਣ ਦੇ ਲਈ ਮਰਦਾਂ ਦੇ ਵਿੱਚ ਜਾ ਕੇ ਕਿਉਂਕਿ ਬਹੁਤ ਸਟੋਰੀਜ਼ ਦੁਨੀਆ ਦੀਆਂ ਵੱਡੀਆਂ ਕਹਾਣੀਆਂ ਇਸ ਦੇ ਆਲੇ ਦੁਆਲੇ ਘੁੰਮ ਜਾਂਦੀਆਂ ਨੇ ਕਿ ਕਿਉਂਕਿ ਸਮਾਜ ਨੇ ਉਸਨੂੰ ਐਕਸੈਪਟ ਕਰ ਦਿੱਤਾ ਤੇ ਐਕਸੈਪਟ ਕਰ ਲਿਆ ਤੇ ਇਸਤਰੀ ਨੂੰ ਉਸ ਜਗ੍ਹਾ ਤੇ ਖੜਾ ਲੈਂਦੇ ਨੇ ਜਿੱਥੋਂ ਉਹਨੂੰ ਅੱਗੇ ਵਧਣ ਲਈ ਕੁਝ ਨਾ ਕੁਝ ਸਮਝੌਤੇ ਕਰਨੇ ਪੈਂਦੇ ਨੇ। ਇਹ ਸਮਝੌਤੇ ਹੀ ਨੇ, ਗਰੀਬੀ ਦੇ ਸਮਝੌਤੇ ਨੇ। ਹੁਣ ਸਾਡੇ ਇਹੋ ਜਿਹੇ ਸਮਾਜ ਜਿੱਥੇ ਅਸੀਂ ਵਸਦੇ ਹਾਂ ਇੱਥੇ ਵੈਬਸਾਈਟਸ ਨੇ, ਸੋਸ਼ਲ ਮੀਡੀਆ ਜਿੱਥੇ ਹਜ਼ਾਰਾਂ ਡਾਲਰਾਂ ਦਾ ਜਿਹੜਾ ਆਦਾਨ ਪ੍ਰਦਾਨ ਹੁੰਦਾ ਹੈ ਉਹਨਾਂ ਦੇ ਅਲੱਗ-ਅਲੱਗ ਨਾਂ ਨੇ ਤੇ ਇਹ ਸਮਾਜ ਦਾ ਜਿਹੜਾ ਇੱਕ ਕਲਹਿਣਾ ਹਿੱਸਾ ਹੈ ਉਹ ਨਾਲ ਹੀ ਰਹਿਣਾ, ਇਹ ਜਾਂਦਾ ਨਹੀਂ। ਇਹਨੂੰ ਸਦੀਆਂ ਚੋਂ ਵੇਖ ਲਓ। ਜੇ ਹਰਮਾਂ ਦੀ ਵੀ ਮੈਂ ਗੱਲ ਕਰਾਂ ਕਿਸੇ ਰਾਜੇ ਦੇ 400 ਰਾਣੀਆਂ 500 ਰਾਣੀਆਂ ਹਰਮ ਦੇ ਵਿੱਚ 500 ਇਸਤਰੀ ਦੀ ਜ਼ਿੰਦਗੀ ਕਾਹਦੀ ਹੈ ਜੀ? ਉਹ 500 ਇਸਤਰੀ ਨੂੰ ਸਮਾਂ ਕਿਵੇਂ ਦੇਵੇਗਾ ਬੰਦਾ? ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ? ਸੋ ਇਹ ਇੱਕ ਅਜਿਹਾ ਵਿਸ਼ਾ ਸੀ ਜਿਸ ਨੂੰ ਪੂਰਾ ਕਰਨ ਦੇ ਲਈ ਕਹਾਣੀਆਂ ਲਿਖਣ ਤੋਂ ਬਾਅਦ ਫਿਰ ਮਨ ਨੇ ਕੀ ਕਿਹਾ,
ਸੰਪੂਰਨਤਾ ਤੋਂ ਬਾਅਦ ਫਿਰ ਦਿਲ ਨੇ ਕੀ ਕੀਤਾ ਤੇ ਤੁਸੀਂ ਹੁਣ ਵਿਆਹੇ ਵਰੇ ਹੋ, ਪਰਿਵਾਰ ਚ ਹੋ, ਆਪਸ ਵਿੱਚ ਬੈਠ ਕੇ ਤੁਹਾਡੇ ਮੈਸੇਜ ਤੇ ਤੁਸੀਂ ਜਦ ਗੱਲਾਂ ਕਰਦੇ ਹੋ ਕੀ ਮਨ ਦੇ ਵਿੱਚ ਆਉਂਦਾ ਵੀ ਕਿਸ ਤਰ੍ਹਾਂ ਦਾ ਇਹ ਤੁਹਾਡਾ ਪ੍ਰੋਜੈਕਟ ਰਿਹਾ ਓਵਰਆਲ? ਸਰ ਜੀ ਓਵਰਆਲ ਤਾਂ ਹੱਲੇ ਸਾਰੇ ਪ੍ਰੋਜੈਕਟ ਨਹੀਂ ਹੈ, ਕਿਉਂਕਿ ਮੈਂ ਤੁਹਾਡੀ ਜਾਣਕਾਰੀ ਔਰ ਸਰੋਤਿਆਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਵੀ ਇਸ ਵਿਸ਼ੇ ਦੇ ਉੱਤੇ ਇਹ ਮੈਨੇ ਕੰਪਲੀਟ ਸੈੱਟ ਸਰ ਜਿਹੜਾ ਲਿਖਿਆ ਕਿਤਾਬਾਂ ਦਾ, ਉਹ ਮਿੰਨੀ ਕਹਾਣੀ ਸੰਗ੍ਰਹਿ ਆ ਚੁੱਕਾ। ਇਹਦੇ ਉੱਤੇ ਸਰ ਵੱਡੀਆਂ ਕਹਾਣੀਆਂ ਦੀ ਕਿਤਾਬ ਵੀ ਮੇਰੀ ਆ ਚੁੱਕੀ ਆ ਜੀ, ਗੂੰਗੀ ਰੌਣਕ, ਉਹ ਵੀ ਵੇਸਵਾਵਾਂ ਬਾਰੇ ਆ ਸਰ। ਔਰ ਇਸੇ ਵਿਸ਼ੇ ਤੇ ਸਰ ਮੇਰਾ ਨਾਵਲ ਸਾਲ ਦੇ ਅਖੀਰ ਤੱਕ ਆ ਰਿਹਾ ਜੀ। ਸੋ ਇਹਦੇ ਤੇ ਹੋਰ ਲਿਖ ਰਹੇ ਹਾਂ ਜੀ? ਬਿਲਕੁਲ, 2 ਕਿਤਾਬਾਂ ਸਰ ਆ ਚੁੱਕੀਆਂ ਇਹਦੇ ਤੇ, ਇੱਕ ਕਠਪੁਤਲੀਆਂ ਔਰ ਇੱਕ ਵੱਡੀਆਂ ਕਹਾਣੀਆਂ ਦੀ ਗੂੰਗੀ ਰੌਣਕ। ਔਰ ਇਸੇ ਵਿਸ਼ੇ ਦੇ ਉੱਤੇ ਨਾਵਲ ਸਰ ਮੇਰਾ ਲਿਖ ਕੇ ਤਿਆਰ ਹੈ ਜੀ, ਉਹ ਸਾਲ ਦੇ ਆਖਿਰ ਤੱਕ ਆ ਜਾਏਗਾ। ਰੋਹਿਤ ਕੁਮਾਰ ਜੀ ਗੱਲਬਾਤ ਕਰ ਰਹੇ ਨੇ, ਤੁਸੀਂ ਸੁਣ ਰਹੇ ਹੋ ਉਹਨਾਂ ਦੇ ਵਿਸ਼ਾ ਵਸਤੂ ਦੇ ਬਾਰੇ ਤੇ ਉਹਨਾਂ ਦੀ ਕਹਾਣੀਆਂ ਦੇ ਬਾਰੇ ਤੇ ਉਹਨਾਂ ਦਾ ਜਿਹੜਾ ਵਿਸ਼ਾ ਉਹਨਾਂ ਨੇ ਜਿਹਨੂੰ ਖੰਗਾਲਿਆ, ਜਿਹਨੂੰ ਬਹੁਤ ਹੱਥ ਪਾਉਣਾ, ਲਿਖਿਆ ਬਹੁਤ ਹੈ। ਗਾਰਗੀ ਨੂੰ ਪੜ੍ਹ ਲਓ, ਦਿੱਲੀ ਦੀਆਂ ਕਹਾਣੀਆਂ ਉਸਨੇ ਬੜੀਆਂ ਲਿਖੀਆਂ ਨੇ, ਦਿੱਲੀ ਦੇ ਆਲੇ ਦੁਆਲੇ, ਦਿੱਲੀ ਦੀ ਉਹਦੀ ਆਪਣੀ ਜ਼ਿੰਦਗੀ ਦੀਆਂ ਬਹੁਤ ਇੱਕ ਕਾਲਾ ਅੰਬੋ ਦੀ ਕਹਾਣੀ ਹੈ ਗਾਰਗੀ ਦੀ, ਤੇ ਉਸਨੇ ਉਹਦੇ ਵਿੱਚ ਬੜਾ ਚਿਤਰਨ ਕੀਤਾ। ਬਟਾਲਵੀ ਵਾਲੇ ਪਾਸੇ ਨੂੰ ਲੋਕ ਜਾਂਦੇ ਨੇ ਤੇ ਉਸ ਦੀ ਗੱਲ ਕਰਦੇ ਨੇ, ਬੂਟਾ ਸਿੰਘ ਸ਼ਾਦ ਦੀ, ਤੇ ਪਰ ਉਹ ਇੱਕ ਸ਼੍ਰੇਣੀ ਨੂੰ, ਇੱਕ ਕੈਟੇਗਰੀ ਨੂੰ ਖੁੱਲ ਕੇ ਲੋਕਾਂ ਦੇ ਲੈ ਕੇ ਆਉਣਾ, ਉਹ ਬਹੁਤ ਵੱਡਾ ਕੰਮ ਹੈ। ਵਪਾਰਕ ਸੰਦੇਸ਼ਾਂ ਤੋਂ ਬਾਅਦ ਰੋਹਿਤ ਉਹਨਾਂ ਦੀ ਅਗਲੀ ਕਿਤਾਬ ਦੀ ਗੱਲ ਕਰ। ਰੋਹਿਤ ਕੁਮਾਰ ਹੁਣੀ ਮੇਰੇ ਨਾਲ ਨੇ, ਲੇਖਕ ਨੇ। ਰੋਹਿਤ ਹੋਰਾਂ ਨੇ ਕਿਤਾਬਾਂ ਜਿਹੜੀਆਂ ਲਿਖੀਆਂ, ਉਹਨਾਂ ਦੇ ਵਿਸ਼ੇ ਦੀ ਗੱਲ ਆਪਾਂ ਕਰ ਰਹੇ ਸੀ। ਅੱਛਾ, ਹੁਣ ਇੱਕ ਹੋਰ ਸਮਾਜ ਦਾ, ਚਲੋ ਇੱਥੇ ਤਾਂ ਰੋਹਿਤ ਇਸਤਰੀ ਹੈ, ਉਹਦਾ ਇੱਕ ਰੂਪ ਹੈ, ਉਹ ਕਿਸੇ ਕਾਰਨ ਕਰਕੇ ਦੁਨੀਆ ਦੇ ਆਰਗੇਨਾਈਜ਼ਡ ਕ੍ਰਾਈਮ ਵਾਲੇ ਵੱਡੇ ਗੈਂਗਸਟਰਾਂ ਦੇ ਗ੍ਰਹਿ ਨੇ ਜਿਹੜੇ, ਉਹ ਚੱਕ ਕੇ ਗਰੋਹ ਨੇ, ਜਿਹੜੇ ਉਹਨਾਂ ਨੂੰ ਚੱਕ ਕੇ ਇਸਤਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਉਹਨਾਂ ਦਾ ਸਰੀਰ ਵੇਚ ਕੇ ਉਹ ਪੈਸਾ ਕਮਾਉਂਦੇ ਨੇ। ਅੱਛਾ, ਜਿਹੜੇ ਕਿੰਨਰ ਨੇ, ਇਹਨਾਂ ਦਾ ਜਿਹੜਾ ਤੁਸੀਂ ਇਹ ਕਹਾਣੀ ਸੰਗ੍ਰਹਿ ਹੈ 1/2, ਇਹ ਜਿਹੜਾ ਇਹ ਵਿਸ਼ਾ ਜਿਹੜਾ ਇਹਦੇ ਵੱਲ ਕਿਵੇਂ ਆਏ ਤੁਸੀਂ? ਇਹਦਾ ਕੀ ਕਾਰਨ ਹੈ? ਇਹ ਤਾਂ ਸਰ ਮੁੱਖ ਕਾਰਨ ਜਿਹੜਾ ਇਹ ਆ ਵੀ ਜਿਸ ਤਰ੍ਹਾਂ ਮੈਂ ਜਦੋਂ ਫਗਵਾੜੇ ਆਪਣੇ ਸਰ ਕਾਲਜ ਜਾਂਦਾ ਸੀਗਾ ਤੇ ਆਉਣ ਵੇਲੇ ਅਕਸਰ ਰੋਜ਼ ਹੀ ਬੱਸ ਦੇ ਵਿੱਚ ਨਾ ਕੁਛ ਕਿੰਨਰ ਚੜ੍ਹਦੇ ਹੁੰਦੇ ਸੀ। ਉਹ ਨਹੀਂ ਸਾਰੇ ਬੱਸ ਵਾਲਿਆਂ ਨੂੰ ਵੀ ਦੁਆਵਾਂ ਦੇਣੀਆਂ ਜਾਂ ਜਿਸ ਤਰ੍ਹਾਂ ਉਹ ਕਰਦੇ ਆ, ਤਾੜੀ ਮਾਰਨੀ ਵੀ, ਬਾਕੀ ਕਈਆਂ ਨੇ ਉਹਨਾਂ ਨੂੰ ਪੈਸੇ ਵੀ ਦੇਣੇ, ਜੇ ਕੋਈ ਉਹਨਾਂ ਨੂੰ ਕੁਵਾਰਾ ਲੱਗਣਾ ਕੋਈ ਮੁੰਡਾ ਤੇ ਉਹਨੂੰ ਵਿਆਹ ਦੀ ਦੁਆ ਦੇਣੀ, ਜੇ ਕੋਈ ਵਿਆਹੀ ਜੋੜੀ ਲੱਗਣੀ ਬੱਚੇ ਦੀ ਦੁਆ ਦੇਣੀ। ਤੇ ਮੈਂ ਉਹਨਾਂ ਨੂੰ ਦੇਖਦਾ ਰਹਿਣਾ ਵੀ ਬੜਾ ਖੁਸ਼ ਹੋਣਾ ਵੀ ਇਹ ਸਾਰਿਆਂ ਨੂੰ ਦੁਆਵਾਂ ਹੀ ਦਿੰਦੇ ਆ। ਤੇ ਏਦਾਂ ਸਰ ਸਮਾਂ ਗੁਜ਼ਰਿਆ ਤੇ ਇੱਕ ਵਾਰ ਮੈਂ ਦੇਖਿਆ ਵੀ ਇਕੱਠ ਹੋਇਆ ਸੀਗਾ, ਤੇ ਜਦੋਂ ਮੈਂ ਥੋੜਾ ਅੱਗੇ ਜਾ ਕੇ ਦੇਖਿਆ ਤੇ ਉਹੀ ਕਿੰਨਰ ਉੱਥੇ ਮਤਲਬ ਰੋਣ ਪਿੱਟਣ ਲੱਗੇ, ਜਾਂ ਸ਼ਾਇਦ ਉਹਨਾਂ ਨੂੰ ਉੱਥੋਂ ਬੱਸ ਅੱਡੇ ਤੋਂ ਕਹਿ ਦਿੱਤਾ ਸੀ ਵੀ ਤੁਸੀਂ ਇੱਥੇ ਘੁੰਮ ਨਹੀਂ ਸਕਦੇ ਜਾਂ ਮੰਗ ਨਹੀਂ ਸਕਦੇ। ਤੇ ਉਹ ਬੜਾ ਮਤਲਬ ਲੋਕ ਇੱਕ ਤਰ੍ਹਾਂ ਮਜ਼ਾਕ ਹੀ ਉਡਾ ਰਹੇ ਸੀ ਉਹਨਾਂ ਦਾ, ਤੇ ਉਹ ਹਾਲੋਂ ਬੇਹਾਲ ਹੋਏ। ਤੇ ਉਹ ਵਿਚਾਰੀ ਕਹਿ ਰਹੀ ਵੀ ਸਾਡੀ ਗੱਲ ਕੌਣ ਕਰੂਗਾ ਜਾਂ ਸਾਡਾ ਦੁੱਖ ਨਹੀਂ ਕਿਸੇ ਨੂੰ। ਤੇ ਉਹ ਮੈਨੂੰ ਗੱਲ ਇੰਨੀ ਛੂਹ ਗਈ ਤੇ ਮੈਂ ਆਪਣੇ ਮਨ ਚ ਉਦੋਂ ਧਾਰਿਆ ਸੀ, ਮੈਂ ਕਿਹਾ ਵੀ ਮੈਂ ਕੋਸ਼ਿਸ਼ ਕਰੂੰਗਾ ਇਹਨਾਂ ਦੀ, ਇਸ ਸਮੁਦਾਇ ਦੀ ਗੱਲ ਕਰਨੇ ਦੀ। ਤੇ ਉਹ ਸਰ ਉੱਥੋਂ ਹੀ ਫਿਰ ਮੈਂ ਆਪਣਾ ਜਿਹੜਾ ਕੰਮ ਸ਼ੁਰੂ ਕੀਤਾ, ਇਹਨਾਂ ਦੇ ਬਾਰੇ ਨੋਟਸ ਬਣਾਉਣੇ ਸ਼ੁਰੂ ਕੀਤੇ, ਜਾਣਕਾਰੀਆਂ ਲੈਣੀਆਂ ਸ਼ੁਰੂ ਕੀਤੀਆਂ, ਔਰ 1/2 ਕਿਤਾਬ ਜਿਹੜੀ ਤੁਹਾਡੇ ਹੱਥਾਂ 'ਚ ਆ ਜੀ। ਅੱਛਾ, ਇਹਨਾਂ ਦੇ ਬਾਰੇ ਜਦ ਇਹਨਾਂ ਦੇ ਲੱਭ ਰਹੇ ਸੀ, ਇਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਲੈ ਰਹੇ ਸੀ, ਜਦ ਕੁਦਰਤੀ, ਇਹ ਕੁਦਰਤ ਹੈ, ਇਸ ਨੂੰ ਗੈਰ ਕੁਦਰਤੀ ਨਹੀਂ ਤੁਸੀਂ ਕਹਿ ਸਕਦੇ, ਕੁਦਰਤ ਹੈ, ਉਹ ਵਿਚਾਰੇ ਕਿਸੇ ਪਾਸੇ ਵੀ ਸੰਪੂਰਨ ਨਹੀਂ ਹੁੰਦੇ, ਨਾ ਉਹ ਇਸਤਰੀ ਨੇ ਨਾ ਉਹ ਮਰਦ ਨੇ, ਤੇ ਉਹ ਕੁਦਰਤ ਹੈ। ਤੇ ਇਹ ਵੀ ਆਪਾਂ ਨੂੰ ਪਤਾ ਹੈ ਜੀ, ਜੇ ਇਹ ਵੀ ਕਿਤੇ ਪੈਦਾ ਹੋ ਜਾਣ, ਇਹਨਾਂ ਨੂੰ ਲੈ ਜਾਂਦੇ ਨੇ ਉਹ, ਬਈ ਛੱਡਦੇ ਨਹੀਂ। ਤੇ ਉਸ ਤੋਂ ਬਾਅਦ ਇਹ ਵਾਕਈ ਗੱਲ ਸਹੀ ਹੈ ਜੀ, ਜੇ ਇਹਨਾਂ ਨੂੰ ਪਤਾ ਲੱਗ ਜਾਵੇ ਪਿੰਡਾਂ ਦੇ ਵਿੱਚੋਂ ਤਾਂ ਇਹਨਾਂ ਦਾ ਗਰੁੱਪ ਆ ਕੇ ਉਹ ਬੱਚੇ ਨੂੰ ਲੈ ਜਾਂਦਾ। ਜੀ ਬਿਲਕੁਲ ਸਰ, ਪਰ ਇਹਦੇ ਵਿੱਚ ਸਰ ਮਾਪਿਆਂ ਦਾ ਵੀ ਹੈ, ਕਿਉਂਕਿ ਮਾਪੇ ਵੀ ਚਾਹੁੰਦੇ ਹੁੰਦੇ ਆ ਵੀ, ਕਿਉਂਕਿ ਆਂਢ ਗੁਆਂਢ ਜਿਹੜਾ ਉਹਨਾਂ ਨੂੰ ਤਿਰਸਕਾਰ ਦੀ ਭਾਵਨਾ ਨਾਲ ਦੇਖਣ ਲੱਗ ਪੈਂਦਾ ਵੀ ਇਹ ਤੁਹਾਡੇ ਕੰਮ ਦੀ ਚੀਜ਼ ਨਹੀਂ ਹੋ, ਕੱਲ ਨੂੰ ਇਹ ਜਵਾਨ ਹੋਊਗਾ
ਵੀ ਕੁਛ ਤੁਹਾਡੇ ਤੇ ਵੀ ਗਲਤ, ਤੁਹਾਡੇ ਹੋਰ ਜਿਹੜੇ ਸਹੀ ਬੱਚੇ ਆ ਉਹ ਵੀ ਬਦਨਾਮ ਹੋਣਗੇ ਨਾਲ, ਜਾਂ ਉਹਨਾਂ ਨੂੰ ਵੀ ਉਸ ਨਜ਼ਰ ਨਾਲ ਦੇਖਿਆ ਜਾਊਗਾ। ਤੇ ਮਾਪੇ ਵੀ ਸਰ ਹੌਲੀ ਹੌਲੀ ਸਹਿਮਤ ਹੋਣਾ ਸ਼ੁਰੂ ਹੋ ਜਾਂਦੇ ਆ, ਤੇ ਉਹਨਾਂ ਦਾ ਫਿਰ ਲੈ ਕੇ ਜਾਣ ਦਾ ਉਹਨਾਂ ਦਾ ਵੀ ਜਿਹੜਾ ਮੰਤਵ ਆ ਉਹ ਪੂਰਾ ਹੋ ਜਾਂਦਾ। ਅੱਛਾ, ਜਦ ਜਿੱਥੇ ਇਹ ਰਹਿੰਦੇ ਵਿਚਰਦੇ ਆ, ਫਿਰ ਜਿੱਥੇ ਵੀ ਜਿਵੇਂ ਮਤਲਬ ਫਗਵਾੜੇ ਹੀ ਤੁਸੀਂ ਗੱਲ ਕੀਤੀ ਘਰ ਹੈ, ਉੱਥੇ ਫਿਰ ਸਾਰੇ ਰਲ ਕੇ ਇਕੱਠੇ ਰਹਿੰਦੇ ਆ ਜੀ? ਜੀ ਬਿਲਕੁਲ ਸਰ, ਰਲ ਕੇ ਇਕੱਠੇ ਰਹਿੰਦੇ ਆ ਜੀ। ਹੋਰ ਰਿਚੁਅਲਸ ਕੀ ਨੇ ਰੋਹਿਤ ਇਹਨਾਂ ਦੀਆਂ? ਹੋਰ ਕੀ ਮਤਲਬ ਕਰਦੇ ਆ? ਮਤਲਬ ਜਿਵੇਂ ਇਹਨਾਂ ਦੇ ਆਪਣੇ ਸਮਾਜ ਦੀਆਂ ਬਹੁਤ ਚੀਜ਼ਾਂ ਨੇ ਜਿਹੜੀਆਂ ਅਲੱਗ ਨੇ, ਇਹਨਾਂ ਦਾ ਕੁਝ ਖਾਸ ਦੱਸ ਸਕੋ ਜੀ? ਸਰ ਜੀ ਇਹਨਾਂ ਦੇ ਜਿਹੜੇ ਰੀਤੀ ਰਿਵਾਜ ਨੇ ਉਹ ਵੀ ਅਲੱਗ ਤੋਂ ਨੇ। ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਇਹਨਾਂ ਦੇ ਬਹੁਚਰਾ ਦੇਵੀ ਨਾਮ ਤੇ ਮੰਦਿਰ ਹੈ ਜੀ, ਉੱਥੇ ਇਕੱਠੇ ਹੁੰਦੇ ਦੁਨੀਆ, ਆਪਣੇ ਭਾਰਤ ਭਰ ਦੇ ਸਾਰੇ ਕਿੰਨਰ ਉੱਥੇ ਇਕੱਠੇ ਹੁੰਦੇ ਆ ਜੀ। ਫਿਰ ਇਹਨਾਂ ਦਾ ਸਰ ਰੋਟੀਆਂ ਨਾਂ ਤੇ ਇੱਕ ਸਮਾਗਮ ਹੁੰਦਾ ਜਿਹਦੇ ਵਿੱਚ ਇਹ ਆਪਣਾ ਲੰਗਰ ਪਾਣੀ ਜੋ ਵੀ ਸ਼ਰਧਾ ਨਾਲ ਉਹ ਕਰਦੇ ਆ, ਔਰ ਇਹਨਾਂ ਦੀ ਪੂਜਾ ਅਰਚਨਾ ਜਿਹੜੀ ਆ ਆਪਣੇ ਮਾਤਾ ਮੁਰਗਾ ਦੇਵੀ ਵੀ ਕਹਿੰਦੇ ਆ, ਉਹਨਾਂ ਦੇ ਬਾਰੇ ਸਾਰੇ ਕਰਦੇ ਆ। ਤੇ ਔਰ ਆਮ ਤੌਰ ਤੇ ਸਰ ਜਿਹੜਾ ਇਹਨਾਂ ਦਾ, ਜਿਸ ਤਰ੍ਹਾਂ ਤੁਸੀਂ ਜਾਣਦੇ ਆ ਵੀ ਵਿਆਹਾਂ ਸ਼ਾਦੀਆਂ ਤੇ ਜਾਂ ਕੋਈ ਬੱਚਾ ਜੰਮੇ ਜਾਂ ਕੋਈ ਲੋਹੜੀ ਵਗੈਰਾ, ਉੱਥੇ ਜਾ ਕੇ ਮਤਲਬ ਇਹ ਆਪਣਾ ਜਸ਼ਨ ਕਰਕੇ ਨੱਚ ਕੇ ਉਹਨਾਂ ਨੂੰ ਦੁਆਵਾਂ ਦਿੰਦੇ ਆ, ਔਰ ਬਦਲੇ ਚ ਉਹਨਾਂ ਤੋਂ ਵਧਾਈ ਲੈਂਦੇ ਆ ਜੀ। ਅੱਛਾ, ਫਿਰ ਹੋਰ ਇਹਨਾਂ ਦਾ ਆਰਥਿਕ ਪੱਖੋਂ ਇਹ ਠੀਕ ਰਹਿੰਦੇ ਨੇ? ਪੈਸਾ ਤੇ ਇਹਨਾਂ ਕੋਲ ਹੁੰਦਾ ਜਾਂ ਗਰੀਬੀ ਦੀ ਜ਼ਿੰਦਗੀ ਆ? ਨਹੀਂ ਸਰ, ਆਰਥਿਕ ਪੱਖੋਂ ਅਸੀਂ ਠੀਕ ਨਹੀਂ ਕਹਿ ਸਕਦੇ, ਕਿਉਂਕਿ ਜੇ ਮੰਨ ਲਓ 20 ਕਿੰਨਰਾਂ ਦਾ ਗਰੁੱਪ ਆ, ਉਹਨਾਂ ਦੇ ਵਿੱਚ ਉਹਨਾਂ ਦੇ ਗੁਰੂ ਮਾਂ ਜੀ ਆ ਜਾਂ ਇੱਕ ਦੋ ਜਿਹੜੇ ਖਾਸ ਨੇ, ਉਹ ਤਾਂ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਤੋਂ ਉਹ ਵੀ ਨਾਮ ਮਾਤਰ ਸਰ, ਜ਼ਿਆਦਾ ਨਹੀਂ, ਬਟ ਜ਼ਿਆਦਾਤਰ ਸਰ ਗਰੀਬੀ ਤੌਰ ਤੇ ਹੈ ਜੀ। ਕਿਉਂਕਿ ਵਿਆਹ ਸ਼ਾਦੀ ਵੀ ਕਿੰਨਾ ਕੁ ਹੋ ਜਾਣਾ, ਜਾਂ ਕਿੰਨੇ ਪ੍ਰੋਗਰਾਮ ਮਿਲ ਜਾਣੇ, ਜਾਂ ਬੇਟੇ ਦੀ ਵੀ ਅਸੀਂ ਬੱਚੇ ਦੀ ਵੀ ਗੱਲ ਕਰਦੇ, ਜਾਂ ਲੋਹੜੀ ਦੀ ਵੀ ਗੱਲ ਕਰਦੇ ਹਾਂ, ਜਾਂ ਇਸੇ ਕਰਕੇ ਇਹਨਾਂ ਨੂੰ ਸਰ ਬੱਸਾਂ ਦੇ ਵਿੱਚ ਜਾਂ ਗੱਡੀਆਂ ਨੂੰ ਰੋਕ ਕੇ ਇੱਕ ਤਰ੍ਹਾਂ ਜਿੱਦਾਂ ਅਸੀਂ ਭੀਖ ਮੰਗਣਾ ਕਹਿ ਦਿੰਦੇ ਆ, ਉਸ ਤਰ੍ਹਾਂ ਇਹਨਾਂ ਨੂੰ ਮਤਲਬ ਮੰਗ ਕੇ ਜੋ ਪੈਸੇ ਲੈ ਕੇ ਆਪਣਾ ਗੁਜ਼ਾਰਾ ਕਰਨਾ ਪੈਂਦਾ। ਹਾਂਜੀ ਹਾਂਜੀ। ਅੱਛਾ, ਹਾਂ, ਜੋਰਾ 10 ਨੰਬਰੀਆ ਦੇ ਵਿੱਚ ਬੜਾ ਇੱਕ ਅਲੱਗ, ਉਹਨੂੰ ਜੋਰੇ ਨੂੰ ਕਿੱਡਾ ਕਰੈਕਟਰ ਆ, ਉਹਨੂੰ ਪਾਲਦੀ ਹੋਈ ਇਸ ਤਰ੍ਹਾਂ ਜਿਹਨੂੰ ਉਹ ਮਾਸੀ ਕਹਿੰਦਾ, ਉਹਦਾ ਮਾਂ ਨੂੰ ਮਾਰ ਦਿੰਦਾ ਪਿਓ। ਤੇ ਰੋਹਿਤ ਕੁਮਾਰ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਤੁਹਾਨੂੰ ਯਾਦ ਹੋਣਾ ਦੀਪ ਸਿੱਧੂ ਦੀ ਫਿਲਮ ਜਿਹੜੀ ਜੋਰਾ 10 ਨੰਬਰੀਆ ਦੇ ਵਿੱਚ ਜਿਹੜਾ ਉਹਨੂੰ ਜੋਰੇ ਨੂੰ ਪਾਲਦੀ ਹੈ, ਉਹ ਇੱਕ ਕਿੰਨਰ ਹੈ ਜਿਹਨੂੰ ਉਹ ਮਾਸੀ ਕਹਿੰਦਾ, ਤੇ ਬੜਾ ਉਹਦਾ ਅਲੱਗ ਜਿਹਾ ਰੋਲ ਹੈ, ਚਿਹਰਾ ਮੋਹਰਾ ਉਹਦਾ ਬੜਾ ਅਲੱਗ ਹੈ। ਤੇ ਅੱਛਾ ਰੋਹਿਤ, ਇਹਦੇ ਵਿੱਚ ਦੀ ਹੁਣ ਵਿਚਰਦੇ ਆ ਜਿਹੜੇ ਹੋਰ ਪ੍ਰੋਜੈਕਟ ਨੇ, ਇਹਨੂੰ ਹੋਰ ਜਦ ਤੁਸੀਂ ਅਗਲੀ ਪਾਸੇ ਨੂੰ ਇਹਨੂੰ ਲੈ ਕੇ ਜਾਂਦੇ ਹੋ, ਹੋਰ ਲੱਭਦੇ ਹੋ ਇਹਨਾਂ ਦੇ ਬਾਰੇ, ਤੇ ਫਿਰ ਵੀ ਕਿਤੇ ਮਨ 'ਚ ਇਹੋ ਜਿਹਾ ਹੁੰਦਾ ਵੀ ਯਾਰ ਮੈਂ ਹੋਰ ਆਹ ਕਰਨਾ ਚਾਹੁੰਦਾ। ਹੁਣ ਇਹਨਾਂ ਦੋਨਾਂ ਵਿਸ਼ਿਆਂ ਤੇ ਇਸ ਤੇ ਜਿਵੇਂ ਨਾਵਲ ਤੁਹਾਡਾ ਵੱਡਕਾਰੀ ਇੱਕ ਆ ਰਿਹਾ ਕਠਪੁਤਲੀਆਂ ਤੇ, ਸੋ ਇਹਨਾਂ ਦੇ ਬਾਰੇ ਵੀ ਜਦ ਹੰਗਾਰਾ ਜਾਂ ਤੁਸੀਂ ਇਹਨੂੰ ਲਿਖਿਆ 1/2 ਨੂੰ, ਕਿਹੋ ਜਿਹਾ ਯਾਰਾਂ ਦੋਸਤਾਂ ਦਾ ਆਲੇ ਦੁਆਲੇ ਦਾ ਕਿਹੋ ਜਿਹੀ ਲੋਕਾਂ ਦੀ ਪ੍ਰਤੀਕਰਮ ਸੀ ਇਹਦੇ ਬਾਰੇ? ਸਰ ਇਸ ਤਰ੍ਹਾਂ ਆਇਆ ਵੀ ਪਹਿਲਾ ਪਹਿਲ ਤਾਂ ਜੋ ਇੱਕਾ ਦੁੱਕਾ ਮੇਰੇ ਸੱਜਣ ਉਹਨਾਂ ਨੇ ਤਾਂ ਇਹੀ ਕਿਹਾ ਸੀਗਾ ਵੀ ਅਲੱਗ ਜਿਹੇ ਵਿਸ਼ੇ ਲੋਕ ਉਹਨਾਂ ਨੂੰ ਵੀ ਲੋਕ ਉਹਨਾਂ ਨੂੰ ਘਰਾਂ ਚੋਂ ਕੱਢ ਦਿੰਦੇ ਆ ਜਾਂ ਦਬਕਦੇ ਆ, ਝਿੜਕਦੇ ਆ, ਉਹਨਾਂ ਦੀ ਕੋਈ ਸਮਾਜ 'ਚ ਇੱਜ਼ਤ ਨਹੀਂ ਹੈਗੀ, ਵੀ ਤੂੰ ਉਹਨਾਂ ਬਾਰੇ ਗੱਲ ਕਰਦਾ ਵੀ ਹੌਲੀ ਹੌਲੀ ਤੇਰੇ ਨਾਂ ਨਾਲ ਵੀ ਜੋੜੂਗੇ, ਫਿਰ ਤੈਨੂੰ ਵੀ ਮਤਲਬ ਇਸ ਤਰ੍ਹਾਂ ਦੀ ਨਜ਼ਰ ਨਾਲ ਦੇਖੋਗੇ ਵੀ ਇਹ ਉਹਨਾਂ ਦੀ ਗੱਲ ਕਰਦਾ ਜਾਂ ਇਹ ਉਹਨਾਂ ਨੂੰ ਕੀ ਸਮਝਦਾ ਜਾਂ ਉਹਨਾਂ ਨੂੰ ਪ੍ਰਾਥਮਿਕਤਾ ਦਿੰਦਾ। ਮੁਸ਼ਕਲ ਤਾਂ ਸਰ ਹੋਈ ਸੀ, ਬਟ ਜਿਹੜਾ ਤੁਹਾਨੂੰ ਪਤਾ ਹੀ ਹੈ ਜੀ, ਲਿਖਣਾ ਸੌਖਾ ਕਾਰਜ ਨਹੀਂ ਆ, ਆਪਣਾ ਖੂਨ ਜਾਲ ਕੇ ਲਿਖਣਾ ਹੁੰਦਾ ਲੇਖਕ ਨੇ। ਔਰ ਮੈਂ ਪਿੱਛੇ ਨਹੀਂ ਹਟਿਆ, ਬਲਕਿ ਮੈਂ ਇੱਕ ਕਿਤਾਬ ਦੀ ਜਗ੍ਹਾ ਮੈਂ ਇਹਨਾਂ ਦੋਨਾਂ ਵਿਸ਼ਿਆਂ ਦੇ ਉੱਤੇ ਮੁਕੰਮਲ 3 ਕਿਤਾਬਾਂ ਸਰ ਜਿਹੜਾ ਮੈਂ ਉਹ ਲੈ ਕੇ ਆ ਰਿਹਾ ਜੀ। ਵੈਰੀ ਗੁੱਡ। ਅੱਛਾ, ਹੁਣ ਅਖੀਰ ਦੇ ਵਿੱਚ ਇਹ ਦੱਸੋ ਬਈ ਕਿੱਥੋਂ ਕਿਤਾਬਾਂ ਮਿਲਣਗੀਆਂ? ਜੇ ਕਿਸੇ ਨੇ ਛਾਪੀਆਂ ਤਾਂ ਬਰਨਾਲੇ ਆ, ਮੇਰਾ ਖਿਆਲ ਤੁਹਾਡਾ ਪ੍ਰਕਾਸ਼ਕ ਤਾਂ ਬਰਨਾਲੇ ਆ ਨਾ ਜੀ? ਹਾਂਜੀ ਸਰ, ਪਰ ਸਰ ਮੇਰੀਆਂ ਜੋ ਸਾਰੀਆਂ ਕਿਤਾਬਾਂ ਹੁਣ ਤਾਂ ਚਲੋ ਸਰ ਫਲਿੱਪਕਾਰਟ ਤੇ ਵੀ ਹੈ, ਔਰ
ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਰਵਿੰਦਰ ਸਿੰਘ ਜੀ ਆ ਜੀ, ਆਨਲਾਈਨ ਕਿਤਾਬ ਘਰ ਸਟੋਰ ਆ ਉਹਨਾਂ ਦਾ, ਉੱਥੋਂ ਪਾਠਕ ਸਾਰੀਆਂ ਕਿਤਾਬਾਂ ਮੰਗਵਾ ਸਕਦੇ ਆ ਜੀ, ਦੇਸ਼ਾਂ ਵਿਦੇਸ਼ਾਂ 'ਚ ਵੀ। ਅੱਛਾ, ਉਹ ਕੀ ਹੈ ਜੀ ਉਹਦੀ ਵੈਬਸਾਈਟ? ਹਾਂਜੀ, ਆਨਲਾਈਨ ਕਿਤਾਬ ਘਰ ਹੈ ਜੀ, ਆਨਲਾਈਨ ਕਿਤਾਬ ਘਰ। ਅੱਛਾ, ਆਨਲਾਈਨ। ਠੀਕ ਹੈ। ਹਾਂਜੀ ਹਾਂਜੀ ਹੋਰ ਕੁਛ ਰਮਨ, ਰੋਹਿਤ, ਸੁਣਨ ਵਾਲਿਆਂ ਨੂੰ ਅਖੀਰ ਦੇ ਵਿੱਚ ਕੁਝ ਹੋਰ ਕਹਿਣਾ ਚਾਹੋ? ਸਰੋਤਿਆਂ ਨੂੰ ਸਰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਵੀ ਜਿਸ ਤਰ੍ਹਾਂ ਅਸੀਂ ਅੰਗਹੀਣ ਕਿਸੇ ਨੂੰ ਦੇਖਦੇ ਹਾਂ ਤੇ ਤਰਸ ਦੀ ਭਾਵਨਾ ਦੇ ਨਾਲ ਦੇਖਦੇ ਹਾਂ, ਇਸੇ ਤਰ੍ਹਾਂ ਜੋ ਕਿੰਨਰ ਨੇ ਉਹ ਲਿੰਗਕ ਤੌਰ ਤੇ ਅੰਗਹੀਣ ਨੇ, ਜਿਹਦੇ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ ਆ, ਉਹ ਕੁਦਰਤੀ ਤੌਰ ਨੇ, ਕੁਦਰਤੀ ਇਸ ਤਰ੍ਹਾਂ ਨੇ। ਇਸ ਲਈ ਆਪਾਂ ਕਿਸੇ ਵੀ ਤਰ੍ਹਾਂ ਇਹਨਾਂ ਦੇ ਨਾਲ ਵਿਤਕਰਾ ਨਾ ਕਰੀਏ। ਸਮਾਜ ਦੇ ਵਿੱਚ ਜਿਸ ਤਰ੍ਹਾਂ ਸੁਪਰੀਮ ਕੋਰਟ ਵੱਲੋਂ ਵੀ ਇਹਨਾਂ ਨੂੰ ਬਰਾਬਰਤਾ ਦੇ ਅਧਿਕਾਰ ਮਿਲ ਗਏ ਆ, ਤਾਮਿਲਨਾਡੂ ਦੇ ਵਿੱਚ ਚੋਣ ਲੜ ਕੇ ਅਗਲੇ ਸ਼ਬਨਮ ਮਾਸੀ ਜਿਹੜੀ ਸੀ ਉਹ ਵਿਧਾਇਕ ਵੀ ਬਣੀ ਆ, ਤੇ ਵੀ ਇਹਨਾਂ ਨੂੰ ਵੀ ਜਿਹੜਾ ਉਸ ਤਰ੍ਹਾਂ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਜਿਸ ਤਰ੍ਹਾਂ ਅਸੀਂ ਆਮ ਲੋਕਾਂ ਨੂੰ ਦੇਖਦੇ ਹਾਂ। ਵਿਤਕਰਾ ਨਾ ਕੀਤਾ ਜਾਵੇ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਖੁਸ਼ੀ ਜਿਹੜਾ ਉਹ ਵਧੀਆ ਤਰ੍ਹਾਂ ਜੀ ਸਕਣ। ਧੰਨਵਾਦ। ਤੇ ਆਪਣਾ ਕੰਟੈਕਟ ਵੀ ਦਿਓ, ਕਿਸੇ ਨੇ ਗੱਲਬਾਤ ਕਰਨੀ ਹੋਵੇ। ਹਾਂਜੀ ਹਾਂਜੀ ਸਰ, ਮੇਰਾ ਨੰਬਰ ਹੈ ਜੀ 8427447434। ਇੱਕ ਵਾਰ ਫੇਰ ਦੱਸ ਦਿਓ। ਹਾਂਜੀ ਸਰ, 8427447434। ਨੰਬਰ ਰੋਹਿਤ ਕੁਮਾਰ ਦਾ 84,274 47,434, 84,274 47,434। ਰੋਹਿਤ ਕੁਮਾਰ ਹੁਣੀ ਜਿਹੜੇ ਨੇ ਉਹਨੇ ਆਪਣਾ ਪਿੰਡ ਦੱਸਿਆ ਸੀ, ਨੰਦਨ, ਹੁਸ਼ਿਆਰਪੁਰ ਤੋਂ ਉਨਾ ਰੋਡ ਤੱਕ ਗ੍ਰੇਟ ਵਾਲੇ ਪਾਸੇ ਨੂੰ, ਤੇ ਲੁਧਿਆਣੇ ਮੁੰਡਾ ਰਹਿੰਦਾ, ਮਕੈਨੀਕਲ ਇੰਜੀਨੀਅਰ ਹੈ ਤੇ ਵਧੀਆ ਲਿਖਦਾ। ਫਿਰ ਜਦ ਕਦੇ ਹੋਰ ਕੋਈ ਰਚਨਾ ਆਈ ਤਾਂ ਗੱਲਬਾਤ ਰੋਹਿਤ ਨਾਲ ਫੇਰ ਕਰਾਂਗੇ। ਸ਼ੁਭ ਸ਼ਾਮ। ਚੜ੍ਹਦੀ ਵਿਰੇਸ਼ ਦੇ ਵਿੱਚ ਵੱਡੇ ਜਿਹੜੇ ਨੇ ਕਦਮ ਰੋਹਿਤ ਨੇ ਚੱਕੇ ਨੇ, ਤੇ ਰੋਹਿਤ ਦੀਆਂ ਕਹਾਣੀਆਂ ਦੇ ਵਿੱਚੋਂ ਆਉਣ ਵਾਲੇ ਸਮੇਂ 'ਚ ਬੁੱਧਵਾਰ ਨੂੰ ਉਹਦੀਆਂ ਕੋਈ ਕਹਾਣੀਆਂ ਵਿੱਚੋਂ ਲੱਭ ਕੇ ਉਹ ਵੀ ਤੁਹਾਡੇ ਸਾਹਮਣੇ ਕਰੇਗਾ। ਸ਼ੁਭ ਸ਼ਾਮਾ ਸ਼ੇਰਾ। ਥੈਂਕ ਯੂ ਸਰ ਜੀ, ਥੈਂਕ ਯੂ ਸਰ। ਰੋਹਿਤ ਕੁਮਾਰ ਗੱਲਬਾਤ ਕਰ ਰਹੇ ਸੀ। 1:10 ਹੋਇਆ ਜੀ। ਤੁਹਾਡੇ ਲਈ ਅੱਜ ਗੱਲਬਾਤ ਮੈਂ ਕਰਨੀ ਹੈ ਇੱਥੇ ਦੇ ਹੱਕਾਂ ਦੀ। ਹੱਕ ਜਿਹੜੇ ਨੇ ਤੇ ਉਹਨਾਂ ਨੂੰ ਪ੍ਰਾਪਤ ਜਦ ਕਰਦੇ ਨੇ ਬੰਦੇ ਕਮਿਟਮੈਂਟ ਤੇ ਭਾਈਚਾਰੇ ਨੂੰ ਆਪਣੇ ਨੂੰ ਸਬਕ। ਹਲਕਾਰਾਂ ਵਾਲਿਆਂ ਦਾ ਰੇੜਕਾ ਪਿਆ ਸੀ ਨਾ ਬਹੁਤ, ਬਈ ਵਿਆਜ ਦੀ ਗੱਲ। ਅਗਲੇ ਹਫ਼ਤੇ ਉਸ ਦੇ ਬਾਰੇ ਹੋਰ ਜਾਣਕਾਰੀ ਲੈ ਕੇ ਫਿਰ ਤੁਹਾਡੇ ਸਨਮੁਖ ਹੋਊਗਾ ਵੀ ਇਹ ਗੱਲ ਵਰਕ ਕਿਵੇਂ ਹੁੰਦੀ ਹੈ। 22-24% ਵਿਆਜ ਕਿਵੇਂ ਹੈ, ਕਾਰਨ ਕੀ ਨੇ। ਚਾਹੇ ਰੈਕਡ ਤੁਹਾਡਾ ਮਾੜਾ ਹੋਵੇ, ਕੀ ਹੋਗਾ ਜੇ ਰਿਕਾਰਡ ਕਿਸ ਦਾ ਮਾੜਾ ਹੋ ਗਿਆ? ਹੁਣ ਉਹਦਾ ਰੱਤ ਪੀਣਾ, ਨਵਾਂ ਆਇਆ ਕੋਈ ਤਾਂ ਉਹਦਾ ਕੀ ਕਰਨਾ ਕੀ ਹੈ ਉਹਦਾ? ਯਾਰ ਫਿਰ ਇੱਕ ਬੰਦੇ ਕੋਲ 2000 ਆ ਜੇਬ ਕੋਲ, ਇੱਕ 15-20 ਮਿਲੀਅਨ ਦਾ ਮਾਲਕ ਹੈ, ਉਹਨੂੰ ਤਰਸ ਵਾਲੀ ਉਹਦੇ ਕੋਲ ਚੀਜ਼ ਹੈ ਕੋਈ ਨਹੀਂ? ਕੋਈ ਬੱਕਰੇ ਨੂੰ ਪੁੱਠਾ ਕਰਕੇ ਉਹਦੀ ਖੱਲ ਉੱਪਰੋਂ ਲਾਉਣ ਲੱਗਣਾ ਪੈਰਾਂ ਵਾਲੇ ਪਾਸੇ ਨੂੰ, ਸਿਰ ਵਾਲੇ ਪਾਸੇ ਨੂੰ। ਸਾਰੇ ਨਵੇਂ ਸੀ, ਕੋਈ 40 ਸਾਲ ਪਹਿਲਾਂ ਆ ਗਿਆ, ਕੋਈ 20 ਸਾਲ ਪਹਿਲਾਂ ਆ ਗਿਆ, ਤੇ ਸਾਰਿਆਂ ਦੀ ਮਦਦਾਂ ਹੋਈਆਂ ਨੇ। ਕਿਸੇ ਨੇ ਮਦਦ ਕੀਤੀ ਹੈ, ਕਿਸੇ ਨੇ ਕੋ ਸਾਈਨ ਕੀਤੇ, ਕਿਸੇ ਨੇ ਸ਼ੁਰੂ ਕਰਨ ਲਈ ਕੀਤੀ। ਇਹ ਕੀ ਕੰਮ ਚੱਲ ਪਿਆ ਵੀ ਭਾਈਚਾਰਾ, ਅਸੀਂ ਭਾਈਚਾਰੇ ਲਈ ਭਾਈਚਾਰੇ ਦਾ ਆਹ ਕਰਦੇ ਹਾਂ, ਅਸੀਂ ਭਾਈਚਾਰੇ ਦਾ ਉਹ ਕਰਦੇ ਹਾਂ, ਤੇ ਛਿੱਲ ਲਾ ਰਹੇ ਹਾਂ ਅਸੀਂ। ਇਹਨੂੰ ਦਿਖਾਉਂਦੇ ਆ, ਅਸੀਂ ਇਹਨੂੰ ਦਿਖਾਉਂਦੇ ਆ ਕੀ ਕਰਦੇ ਆ, ਆਹ ਕਰਦੇ ਆ, ਉਹ ਕਰਦੇ ਆ। ਤੇ ਦੂਜੇ ਬੰਨੇ ਜਿਹੜਾ 24% ਦੇ ਵਿੱਚ ਚੂਨੇ ਦੀ ਇੱਟ ਚੁਣਿਆ ਹੋਇਆ, ਉਹਦਾ ਕੀ ਬਣਨਾ?
ਕੈਸ਼ਬੈਕ ਨਾਲ 15,000 ਦੀ ਗੱਡੀ, 30,000 ਦਾ ਲੋਨ, 15 ਦੀ ਗੱਡੀ ਲੈ ਲਾ, 15 ਕੈਸ਼ ਲੈ ਲਾ, 30% ਤੇ ਠੋਕ 24%, 30,000 ਬਸ ਗਿਆ। ਉਹ ਨਾ ਚਲੇ ਗਿਆ, ਉਹ ਨਾ ਕਿਸੇ ਪਾਸੇ ਹਿੱਲ ਗਿਆ। ਮੈਂ ਮੰਨਦਾ ਕਿਸੇ ਦਾ ਕ੍ਰੈਡਿਟ ਖਰਾਬ ਹੋ ਸਕਦਾ ਹੈ, ਕੋਈ ਗਲਤ ਹੋ ਸਕਦਾ, ਕੋਈ ਬੈਂਕਰਪਸੀ ਹੋ ਸਕਦੀ ਹੈ, ਕਾਰ ਦੀ ਜ਼ਰੂਰਤ ਹੈ, ਪਰ ਕਿਰਪਾ ਕਰ ਲਓ ਥੋੜੀ ਬਹੁਤੀ। 2% ਤੇ ਤੁਹਾਡੇ ਦੀਆਂ ਲਾਈਨ ਆਫ ਕ੍ਰੈਡਿਟ ਨੇ, 2.5% ਤੇ ਨੇ, 3 ਤੇ ਨੇ, 7 ਲੈ ਲਓ, 8 ਲੈ ਲਓ, 10 ਤੱਕ ਲੈ ਲਓ, ਚੱਲ 24, 22, 23। ਇਹ ਕਾਰਾਂ ਥੋੜਾ ਵਿਕਦੀਆਂ ਨੇ, ਇਹ ਤਾਂ ਵਿਆਜ ਤੇ ਪੈਸੇ ਨੇ। ਇਹਦਾ ਮਤਲਬ ਸਾਰਿਆਂ ਨੂੰ ਪਤਾ ਹੈ ਇਹ। ਅੱਛਾ, ਬੈਂਕਾਂ ਵੀ ਵੜਦੀਆਂ ਨੇ, ਬੈਂਕਾਂ ਵੀ ਵੜਦੀਆਂ ਨੇ ਗਾਹਾਂ। ਬੈਂਕਾਂ ਤੋਂ ਜਾਂ ਲੋਨ ਲਵਾਉਂਦੇ ਨੇ, ਉਹ ਵੀ ਕਹਿੰਦੇ ਲਿਆ, ਪਹਿਲਾਂ ਅਪਰੂਵ ਨਹੀਂ, ਤੇ ਫਿਰ ਉਹੀ ਬੰਦਾ 24% ਤੇ ਅਪਰੂਵ ਹੈ। ਦੱਸ, ਨਾਨ ਪ੍ਰਾਈਮ ਰੇਟ ਕਹਿੰਦੇ ਨੇ ਉਹਨੂੰ। ਜ਼ਿਆਦਾਤਰ ਕੀ ਹੈ, ਜਿਹੜੇ ਐਸਟੈਬਲਿਸ਼ਡ ਨੇ ਇਸ ਯੂਜ਼ਡ ਕਾਰਾਂ ਦੇ ਵਿੱਚ, ਉਹਨਾਂ ਕੋਲ $1 to 1.5 ਮਿਲੀਅਨ ਦੀਆਂ ਲਾਈਨ ਆਫ ਕ੍ਰੈਡਿਟ ਆ। ਉਹ ਗੱਡੀਆਂ ਖਰੀਦ ਲਿਆਉਂਦੇ ਨੇ, ਉਹਦੀਆਂ ਐਵਰੇਜ 30,000 40,000 ਦੀ ਗੱਡੀ, 50 ਗੱਡੀਆਂ ਆ ਗਈਆਂ 1.5 2 ਮਿਲੀਅਨ ਦੀਆਂ, ਤੇ 3% ਤੇ ਤੁਹਾਡੇ ਕੋਲ, ਤੇ 72 ਜਾਂ ਠੋਕਣਾ 22% ਤੇ ਡਾਕੂਮੈਂਟੇਸ਼ਨ ਫੀਸ $1,500, 2 ਪੇਜ ਨੇ, ਕਾਰਫੈਕਸ ਤੇ ਇੱਕ ਪੇਪਰ ਹੈ ਜੀ ਤੇ ਦਸਤਖਤ ਕਰਾਉਣੇ, ਡਾਕੂਮੈਂਟੇਸ਼ਨ ਫੀਸ, GST ਦੇ PST ਜੀ। ਥੋੜਾ ਬਹੁਤਾ ਯਾਰ ਬੰਦਾ ਹਾਬੜਾ ਜਿਹੜਾ ਇੰਨਾ ਟੁੱਟ ਗਿਆ, ਖੜੂਗਾ ਕਿੱਥੇ ਜਾ ਕੇ? ਇਨਸਾਨ ਕੀ ਕਰੂਗਾ ਤੇ ਕਿਹਨੂੰ ਦਿਖਾਵਾਂਗੇ? ਤੁਸੀਂ ਮੈਨੂੰ ਜ਼ਿੰਦਗੀ ਦੇ ਵਿੱਚ ਸਾਰਿਆਂ ਨੂੰ ਆ, ਮੈਂ ਕਰਨਾ ਮਾੜਾ ਨਹੀਂ, ਮਾੜਾ ਹੁੰਦਾ ਜਿਹੜਾ ਬੰਦਾ ਨਾ ਦਿਖਾਉਂਦਾ ਕੁਛ ਹੈ ਤੇ ਕਰਦਾ ਕੁਛ ਹੈ। ਸਭ ਤੋਂ ਪਹਿਲੀ ਗੱਲ ਉਹਦੇ ਬੱਖਲ 'ਚ ਉਹਦੇ ਗੱਡਣ ਵਾਲੀ। ਇਹ ਨਹੀਂ ਹੈ ਮਰਦ ਇਕੱਲੇ ਬੰਦੇ ਹੀ ਨੇ, ਇਸਤਰੀਆਂ ਵੀ ਹੈ ਕੁਛ, ਦਿਖਾਉਣਾ ਕੁਛ ਹੈ। ਅਡੰਬਰ ਐਡਾ ਦਿਖਾਉਣਾ, ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ। ਇਹੋ ਹੀ ਬੰਦੇ ਨੇ, ਕਰਨਾ ਕੁਛ ਹੈ, ਦਿਖਾਉਣਾ ਕੁਛ ਹੈ। ਥੋੜੀ ਬਹੁਤੀ ਹੱਥ ਬੰਨ ਕੇ ਬੇਨਤੀ ਹੈ, ਰਹਿਣ ਦੋ ਵਸਦੇ ਕਿਸੇ ਦੀਆਂ ਨਾ ਦਰਸੀਸਾਂ ਲਾਓ। ਇਹ ਕੱਖ ਨਹੀਂ ਬਣਨਾ, ਕੁਛ ਨਹੀਂ ਹੋਣਾ ਇਹਨਾਂ ਨਾਲ। ਨਵੀਂ ਗੱਲ ਸੁਣੀ ਤੇ ਮੈਂ ਕੱਲ ਉਸ ਗੱਲ ਦੀ ਤਹਿ ਤੱਕ ਪਹੁੰਚਣ ਲਈ ਫਿਰ ਜਿਹੜੇ ਆਪਣੇ ਇਸ 'ਚ ਕੰਮ 'ਚ ਨੇ ਬੰਦੇ, ਉਹਨਾਂ ਨੇ ਦੱਸਤਾ। ਉਹ ਕਹਿੰਦਾ ਸਾਡਾ ਨਾਂ ਲੈ ਕੇ ਕੋਈ ਕਹੇ ਵੀ ਇੰਨੇ % ਤੇ ਅਸੀਂ ਦਿੰਦੇ, ਖੋਲ ਦਿਓ ਲਾਈਨਾਂ, ਕੋਈ ਬੰਦਾ ਕਹੇ ਉਂਗਲ ਕਰ। ਉਹ ਥੋੜੀ ਬਹੁਤੀ ਅਸੀਂ ਸਮਝਦਾਰੀ ਤੋਂ ਕੰਮ ਕਰੀਏ, ਜਾਂ ਫਿਰ ਸਮਾਜ ਸੁਧਾਰਕ ਬਣਨੋਂ ਹਟ ਜਾਓ, ਛੱਡ ਦਿਓ, ਕੱਲ ਬਾਹਰ ਨਿਕਲ ਜਾਓ ਵੀ ਨਾ ਮੇਰਾ ਕੋਈ ਸਮਾਜ ਸੁਧਾਰਕ ਨਹੀਂ, ਮੈਂ ਤਾਂ ਬਿਜ਼ਨਸ ਕਰਦਾ, ਮੈਂ ਤਾਂ 24% ਤੇ ਦਊਂ, ਜਿਹਨੇ ਆਉਣਾ ਆਵੇ, ਨਹੀਂ ਆਪਣੇ ਘਰੇ ਬੈਠੋ। ਹੱਕਾਂ ਦੀ ਗੱਲ ਕਰਨਾ ਜਿਹੜੀ ਮੈਂ ਤੁਹਾਡੇ ਨਾਲ, ਹੱਕ ਕਿਵੇਂ ਲੈ ਲੈਂਦੇ ਨੇ ਬੰਦੇ, ਤੇ ਹੱਕ ਇੱਥੇ ਸਿਸਟਮ ਤੁਹਾਨੂੰ ਕਿਵੇਂ ਦਿੰਦਾ, ਪਰ ਕਰਨ ਦਾ ਕੋਈ ਜੁਗਾੜ ਚਾਹੀਦਾ। ਰੌਲਾ ਪੈ ਰਿਹਾ ਨਾ ਸਰੀ RCMP ਦਾ, ਪੂਰੇ ਇਕੱਠੇ ਸੀ ਜਿਹੜੇ ਵਿੱਚੋਂ ਹੁਣ ਗਏ ਨੇ ਕੌਂਸਲਰ, ਸਾਰਿਆਂ ਨੇ ਰਲ ਕੇ ਇਸ ਜਗ੍ਹਾ ਤੇ ਇਹ ਇਲੈਕਸ਼ਨ ਜਿੱਤੀ ਕਿ ਇਲੈਕਸ਼ਨ ਲੈਂਗਲੀ ਨੂੰ ਸਕਾਈ ਟ੍ਰੇਨ, ਜਿਹੜੀ ਲਾਈਟ ਰੇਲ ਬੰਦ, RCMP ਤੋਂ ਸਰੀ ਪੁਲਿਸ ਡਿਪਾਰਟਮੈਂਟ। ਤੇ ਜਦੋਂ ਪਰਾਂ ਹੋ ਗਏ 3 ਜਣੇ, ਸਰੀ ਫਸਟ ਵਾਲੀ ਬੀਬੀ ਤੋਂ ਛੱਡ ਕੇ ਸੇਤ ਸਰੀ ਦੇ ਵਿੱਚੋਂ 3 ਕੌਂਸਲਰ ਜਦ ਪਰਾਂ ਹੋ ਗਏ, ਇਸ ਗੱਲ ਦਾ ਕਮਿਊਨਿਟੀ ਨੇ ਬੁਰਾ ਮਨਾਇਆ ਬਹੁਤ। ਤੇ ਉਹਨਾਂ ਦੇ ਹੱਕ ਵਾਲਿਆਂ ਨੇ ਹੱਕ 'ਚ ਖੜੇ ਉਹਦੇ, ਕਹਿੰਦੇ ਠੀਕ ਆ, ਸਾਡੇ ਬੰਦੇ ਕਹਿੰਦੇ ਅਸੀਂ ਬਈ ਇਉਂ ਥੋੜਾ ਵੀ ਜਿਹੜੀ ਗੱਲ ਕੋਈ ਤੀਜਾ ਬੰਦਾ ਬਾਹਰ ਦਾ ਕੌਂਸਲ ਤੋਂ ਆ ਕੇ ਸਾਨੂੰ ਇੰਸਟਰਕਸ਼ਨਾਂ ਦੇਵੇ, ਅਸੀਂ ਕਿਉਂ ਮੰਨੀਏ ਕਿਸੇ ਦੀ ਗੱਲ? ਅਸੀਂ ਗੁਲਾਮ ਹੈ ਉਹਨਾਂ ਦਾ। ਧਰ ਕੇਸ ਹੁਣ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਦਾ ਚਿਰਦਾ ਹੀ ਸੀ ਵੀ ਯਾਰ ਕਹੇ ਜੀ ਹੋਊ ਇਹ ਪੁਲਿਸ, ਕਹੇ ਜੀ ਹੋਊ ਪੁਲਿਸ। ਚੀਫ ਵਾਲਾ ਵਧੀਆ ਮੁੰਡਾ ਭਾਈਚਾਰੇ ਦਾ ਸਟੀਵ ਰਾਏ ਆਉਂਦਾ ਮੁਸ਼ਕਲਾਂ 'ਚ ਘਿਰ ਗਿਆ। ਘਿਰਨ ਦਾ ਕਾਰਨ ਲੋਕ ਬਾਹਰ ਕਹਿਣ ਲੱਗ ਗਏ ਅਸੀਂ ਲਿਆ ਰਹੇ ਹਾਂ ਬੰਦਾ, ਸਾਡਾ ਬੰਦਾ। ਲੋਕ ਡਰ ਗਏ ਪੰਜਾਬ ਪੁਲਿਸ ਵਾਂਗੂ। ਅੱਛਾ, ਜ਼ਿਲ੍ਹੇ ਦਾ SSP ਯਾਰ ਫਿਰ ਤਾਂ ਜਿਹਦੇ ਮਰਜ਼ੀ ਪਾਸੇ ਕੁੱਟ ਦੋ, ਪਰ ਇੱਥੇ ਉਹੋ ਜਿਹਾ ਕੁਛ ਨਹੀਂ ਸੀ। ਉਹ ਡਿਜ਼ਰਵਿੰਗ ਸੀ, ਸੀਨੀਅਰ ਪੁਲਿਸ ਅਫੀਸਰ ਹੈ,
ਨੌ ਸੀ ਔਰ ਭਾਈਚਾਰਾ ਬਹੁਤ ਵੱਡੀ ਗਿਣਤੀ ਨਾਲ ਵਸਦਾ ਤੇ ਉਹ ਸਮਝ ਸਕਦੇ ਨੇ। ਚਲੋ ਜੀ, RCMP ਦੇ ਵਿੱਚੋਂ ਆਏ ਹੋਏ ਪੁਲਿਸ ਚੀਫ ਜਿਹੜੇ ਡੈਲਟਾ ਵਾਲੇ ਪਾਸਿਓਂ ਇਹ ਇੱਧਰ ਨੂੰ ਆ ਗਏ ਤੇ ਇਸ ਗੱਲ ਦਾ ਵੀ ਰੌਲਾ ਪਿਆ। ਟ੍ਰਾਂਜੀਸ਼ਨ ਦੀ ਗੱਲ ਚੱਲ ਰਹੀ ਹੈ, ਚੀਫ, ਡਿਪਟੀ ਚੀਫ, ਇੰਸਪੈਕਟਰ ਰੱਖੇ ਜਾ ਰਹੇ ਨੇ, ਜਿਹੜਾ ਬੋਰਡ ਬਣ ਗਿਆ। ਹੁਣ ਇੱਕ ਬੀਬੀ ਬੈਨਟ ਹੈ, ਡਾਰਲੀਨ ਬੈਨਟ, ਜਿਹਦਾ ਘਰ ਵਾਲਾ ਡਰਾਈਵੇ 'ਚ ਬੈਠਾ ਮਿਸਟੇਕਨ ਆਇਡੈਂਟੀਟੀ ਦੇ ਨਾਲ ਗੋਲੀ ਮਾਰ ਜ਼ਿੰਦਗੀ ਖਰਾਬ ਕਰਤੀ, ਟੱਬਰ ਉੱਜੜ ਗਿਆ। ਪਾਲ ਬੈਨਟ ਸੇਮ ਜਿਵੇਂ ਮੁੰਡੇ ਰੰਧਾਵੇ ਨਾਲ ਹੋਇਆ, ਕਰੈਕਸ਼ਨਲ ਵਾਲੇ ਨਾਲ। ਇਹਦਾ ਵੀ ਆਊ ਤੁਹਾਡੇ ਸਾਹਮਣੇ ਮਿਸਟੇਕਨ ਆਇਡੈਂਟੀਟੀ ਦਾ, ਅੱਜ ਕਹਿ ਦੇਣ, 2 ਮਹੀਨੇ ਨੂੰ ਕਹਿ ਦੇਣ, 3 ਨੂੰ ਕਹਿ ਦੇਣ, ਘਰ 'ਚ ਬੈਠੇ ਨੂੰ ਮਾਰ ਕੇ। ਅੱਛਾ, ਡਾਰਲੀਨ ਬੈਨਟ ਨੇ ਇਲੈਕਸ਼ਨ BC ਨੂੰ ਲਿਖਤਾ ਪਟੀਸ਼ਨ ਪਾਤੀ ਤੇ ਇਲੈਕਸ਼ਨ BC ਨੇ ਅੱਜ ਅਪਰੂਵ ਕਰਤੀ ਪਟੀਸ਼ਨ ਵੀ ਇਹਦੇ ਤੇ ਰੈਫਰੈਂਡਮ ਹੋ ਸਕਦਾ। ਰੈਫਰੈਂਡਮ ਦਾ ਰਾਹ ਖੋਲ੍ਹਦਾ, ਹਲੇ ਰੈਫਰੈਂਡਮ ਅਪਰੂਵ ਨਹੀਂ ਹੋਇਆ। ਹੁਣ ਕੀ ਹੋਣਾ ਹੈ, ਅਗਸਤ 15 ਤੋਂ ਲੈ ਕੇ ਨਵੰਬਰ 15 ਤੱਕ 3 ਮਹੀਨੇ ਦੇ ਵਿੱਚ 10% ਲੋਕਾਂ ਦੇ ਦਸਤਖਤ ਕਰਾਉਣੇ ਨੇ। ਇਹ ਸੇਮ ਰੀਕਾਲ ਦਾ ਸਿਸਟਮ ਹੈ, ਰੀਕਾਲ ਐਂਡ ਇਨੀਸ਼ੀਏਟਿਵ ਐਕਟ ਹੈ, ਜਿਹਦੇ ਚ ਕੋਈ MLA, ਕੋਈ MP ਵਾਪਸ ਸੱਦਣਾ, ਉਸਦੀ ਕੰਸਟੀਚੁਐਂਸੀ ਚ 10% ਦਸਤਖਤ ਹੋਣੇ ਚਾਹੀਦੇ। ਇਹ ਰੀਕਾਲ ਦਾ ਇੱਕ ਐਕਟ ਹੈ ਤੇ ਇਹ ਲੈਜਿਸਲੇਟਿਵ ਪ੍ਰਪੋਜ਼ਲ ਜਿਹੜੀ ਹੈ ਉਹਦੀ ਮਦਦ ਲੈਣ ਦਾ ਸਿਸਟਮ। ਹੁਣ 17 ਦੇ ਵਿੱਚ 31 ਲੱਖ ਸੀ ਰਜਿਸਟਰਡ ਵੋਟਰ ਸਰੀ ਆਪਣੇ BC ਦੇ, ਹੁਣ 35 ਲੱਖ ਹੋ ਸਕਦੇ ਆ 4 ਸਾਲਾਂ 'ਚ। ਹਲੇ ਮੈਂ ਲੱਭ ਰਿਹਾ ਸੀ 2020 ਦੇ ਅੰਕੜੇ ਆਏ ਨਹੀਂ, ਮੈਨੂੰ ਲੱਭੇ ਨਹੀਂ। ਸੋ 3.5 ਲੱਖ ਦਸਤਖਤ ਕਰਾਉਣੇ ਨੇ 87 ਕੰਸਟੀਚੁਐਂਸੀਜ਼ ਦੇ ਵਿੱਚੋਂ, 87 ਇਲੈਕਟੋਰਲ ਡਿਸਟ੍ਰਿਕਟ ਦੇ ਵਿੱਚ। ਜੇ ਉਹ ਕਰਾ ਲੈਂਦੇ ਆ ਉਸ ਤੋਂ ਬਾਅਦ ਰੈਫਰੈਂਡਮ ਹੋ ਸਕਦਾ। ਗੱਲ ਕਿੱਥੇ ਖੜੀ ਹੈ ਤੇ ਕਿੱਧਰ ਨੂੰ ਜਾਊਗੀ? ਬਹੁਤ ਵੱਡੀ ਇਹ ਖਬਰ ਹੈ, ਸਿੰਪਲ ਨਹੀਂ ਹੈ। ਆ ਜਿਹੜੀ ਅੱਜ ਖਬਰ ਆਪਣੀ ਗੱਲ ਕਰ ਰਹੇ ਹਾਂ ਆਪਾਂ, ਮਿਲੀਅਨਸ ਆਫ ਡਾਲਰ ਸ਼ਹਿਰ ਦੇ ਆਲਰੇਡੀ ਟ੍ਰਾਂਜੀਸ਼ਨ ਦੇ ਵਿੱਚ ਨੇ। ਇਸ ਪਤਝੜ ਦੇ ਵਿੱਚ ਹੁਣ ਤੋਂ 3 ਮਹੀਨਿਆਂ ਨੂੰ ਸੌਫਟ ਲਾਂਚ ਹੋਣਾ ਹੈ। ਸਰੀ ਪੁਲਿਸ ਡਿਪਾਰਟਮੈਂਟ ਦੇ ਚੀਫ ਨੇ ਕਿਹਾ ਰੈਫਰੈਂਡਮ ਦੀ ਗੱਲ ਆਲਰੇਡੀ ਸੋਲਿਸਿਟਰ ਜਨਰਲ ਤੇ ਮੇਅਰ ਜਗ ਮੁਕੱਲਮ ਰੂਲ ਆਊਟ ਕਰ ਚੁੱਕੇ ਨੇ, ਕਹਿੰਦੇ ਕੋਈ ਰੈਫਰੈਂਡਮ ਨਹੀਂ ਹੋ ਸਕਦਾ, ਲੋਕਾਂ ਨੇ ਵੋਟਾਂ ਪਾਈਆਂ। ਪਰ ਸੇਮ ਟੋਕਨ ਤੇ ਲੋਕ ਜਿਹੜੇ ਆਪਣੀ ਹੱਕ ਰੱਖਦੇ ਆ, ਉਹ ਹੱਕ ਨੂੰ ਵੀ ਅਪਰੂਵ ਕਰ ਦਿੱਤਾ ਇਲੈਕਸ਼ਨ BC ਨੇ। ਤੇ ਜੇ ਉਹ 10% ਦਸਤਖਤ BC ਚੋਂ ਵੀ ਕਰਾ ਸਕਦੇ ਨੇ, ਸਰੀ ਦੀਆਂ 9 ਰਾਈਡਿੰਗਾਂ ਦੇ ਵਿੱਚੋਂ ਜੇ ਕਿਤੇ ਦਸਤਖਤ ਉਹ ਕਰਾ ਲੈਂਦੇ ਨੇ ਤਾਂ ਪੁਲਿਸ ਤੇ ਸੂਬਾ ਸਰਕਾਰ ਨੂੰ ਵੀ ਮੁਸ਼ਕਲ ਹੋ ਸਕਦਾ ਇਸ ਗੱਲ ਦਾ। ਤੇ ਹੁਣ ਇਹਦੇ ਵਿੱਚ ਮੇਨ ਜਿਹੜਾ ਇਸ ਨੂੰ ਕਰ ਰਿਹਾ ਹੈ ਉਹ ਬੰਦਾ ਹੈ ਜਿਸ ਨੇ HST ਦੀ ਰੈਫਰੈਂਡਮ 2011 ਦੇ ਵਿੱਚ ਨੋ ਵਾਲਾ ਕੰਮ ਕਰਾਇਆ ਸੀ। ਸੋ ਸਰੀ ਪੁਲਿਸ ਦੀ ਬੋਰਡ ਦੀ ਕੈਂਪੇਨ ਜਿਹੜਾ ਕਰ ਰਿਹਾ ਬੰਦਾ ਬਿਲ ਟੈਲਮੈਨ, ਉਹ ਬੰਦਾ ਹੈ ਜਿਹਨੇ HST ਦੇ ਰੈਫਰੈਂਡਮ ਦੇ ਵਿੱਚ ਗੱਲ ਕੀਤੀ ਸੀ। 10% ਸਾਈਨ ਚਾਹੀਦੇ ਆ। ਇਹ ਬਾਈਂਡਿੰਗ ਰੈਫਰੈਂਡਮ ਹੈ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ। ਇਹ ਪ੍ਰੋਵਿੰਸ਼ੀਅਲ ਗਵਰਨਮੈਂਟ ਨਾਨ ਬਾਈਂਡਿੰਗ ਰੀਜਨਲ ਰੈਫਰੈਂਡਮ ਵੀ ਕਰਾ ਸਕਦੀ ਜੇ ਐਨਫ ਸਪੋਰਟ ਉਹਨਾਂ ਨੂੰ ਸਰੀ ਚੋਂ ਹੋ। ਸਰੀ ਦਾ ਕੋਈ ਵੀ ਐਨੀਵਨ ਇਨ BC ਸਾਈਨ ਕਰ ਸਕਦਾ। ਬੇਸਿਕਲੀ ਫੋਕਸ ਹੋਣਾ ਸਰੀ ਦੀਆਂ 9 ਪ੍ਰੋਵਿੰਸ਼ੀਅਲ ਰਾਈਡਿੰਗਸ। ਤੇ ਲੋਕ ਇਹ ਮਿਸਟਰ ਟੈਲਮਨ ਕਹਿ ਰਿਹਾ ਕਿ ਲੋਕ ਬਹੁਤ ਹੱਕ 'ਚ ਨੇ, ਰੈਫਰੈਂਡਮ ਹੋਣਾ ਚਾਹੀਦਾ। ਤੇ ਸਰਕਾਰ ਮੇਅਰ ਮੁਕੱਲਮ ਨੇ ਇਸ ਦੀ ਵਿਰੋਧਤਾ ਕੀਤੀ ਹੈ। ਉਹ ਕਹਿੰਦਾ ਮੇਰਾ 1 ਨੰਬਰ ਦਾ ਇਸ਼ੂ ਸੀ 2018 ਦੇ ਵਿੱਚ ਤੇ ਮੈਂ ਇਸ ਤੇ ਜਿੱਤਿਆ। ਤੇ ਅੱਜ ਈਮੇਲ ਮੁਕੱਲਮ ਉਹਨਾਂ ਨੇ ਕਿਹਾ, ਉਹ ਕਹਿੰਦੇ ਇਹ ਕੋਈ ਚੇਂਜ ਨਹੀਂ ਕਰ ਸਕਦਾ, ਇਹ ਆਲਰੇਡੀ ਗੱਲ ਹੋਈ ਹੈ। ਪ੍ਰੋਵਿੰਸ਼ੀਅਲ ਰੈਫਰੈਂਡਮ
ਜਿਹੜਾ ਜੇ ਮਿਊਨਿਸਪਲ ਮੈਟਰ ਦੇ ਵਿੱਚ ਇੰਟਰਵੀਨ ਪ੍ਰੋਵਿੰਸ ਕਰਦਾ ਐਕਸਟ੍ਰੀਮਲੀ ਡੇਂਜਰਸ ਹੈ ਇਹ ਲੋਕਤੰਤਰ ਲਈ। ਸਾਡੇ ਰੈਜ਼ੀਡੈਂਟਸ ਨੇ ਸਪੋਰਟ ਕੀਤਾ ਇਸ ਟ੍ਰਾਂਜੀਸ਼ਨ ਨੂੰ। ਅਸੀਂ ਹਰ ਰੋਜ਼ ਇਸ ਤੇ ਮੂਵ ਫਾਰਵਰਡ ਹੋ ਰਹੇ ਹਾਂ। ਐਵਰੀ ਡੇ ਸਰੀ ਪੁਲਿਸ ਸਰਵਿਸਿਜ਼ ਦੇ ਬਾਰੇ ਗੱਲ ਚੱਲ ਰਹੀ ਹੈ, ਕੰਮ ਹੋ ਰਿਹਾ। ਕੋਈ ਵੀ ਇਸ ਨੂੰ ਸਲੋ ਡਾਊਨ ਨਹੀਂ ਕਰਦਾ। ਸਾਡੀ ਇੰਡੀਪੈਂਡੈਂਟ ਸਰੀ ਪੁਲਿਸ ਹੋਣੀ ਚਾਹੀਦੀ ਹੈ। ਨਾਰਮਲ ਪਿੰਸਕੀ ਜਿਹੜੇ ਪੁਲਿਸ ਚੀਫ ਨੇ ਉਹ ਕਹਿੰਦੇ ਮੈਂ ਸੌਫਟ ਲਾਂਚ ਫਾਲ ਚ ਕਰਨਾ, ਪਰ ਪੂਰੀ ਟ੍ਰਾਂਜੀਸ਼ਨ ਅਗਲੇ ਸਾਲ ਤੋਂ ਉਦੋਂ ਅਗਲੇ ਸਾਲ 22 ਤੇ 23 ਤੱਕ ਹੋਣੀ। ਪਰ ਕਹਾਣੀ ਇਹਦੇ ਚ ਮੈਂ ਜਿਹੜੀ ਤੁਹਾਡੇ ਨਾਲ ਡਿਸਕਸ ਕਰਨੀ ਆ, ਤੁਸੀਂ ਸ਼ਾਮਲ ਹੋਣਾ, ਉਹ ਇਹ ਹੈ ਇਹ ਜਿੱਧਰ ਨੂੰ ਜਾਵੇ ਕੁਝ ਵੀ ਹੋਵੇ ਇਹ ਤਾਂ ਗੱਲ ਬਾਅਦ ਦੀ ਹੈ। 10% ਦਸਤਖਤ ਹੋਣ ਜਾਂ ਨਾ ਹੋਣ, ਕਾਰਨ ਇਹ ਹੈ ਕਿ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੈ। ਇਹ ਗੱਲ ਜੇ ਸਪਰੈਡ ਕਰਨੀ ਹੋਵੇ 1 ਲੱਖ ਵੋਟਰ ਹੈ ਇੱਕ ਕੰਸਟੀਚੁਐਂਸੀ ਚ ਸੇ, ਉਹ ਚ 10,000 ਦੇ ਦਸਤਖਤ ਕਰਾਉਣੇ। ਨਾਲ ਉਹਨਾਂ ਨੇ ਇਸ ਦੀ ਵਜ੍ਹਾ ਦੱਸਣੀ ਹੈ ਵੀ ਖਰਚਾ ਆ ਹੁਣ ਲੇਟਲੀ ਜਿਹੜਾ ਪ੍ਰਾਪਰਟੀ ਟੈਕਸ ਦਾ ਰੇੜਕਾ ਉਹ 14% ਵੱਧ ਗਿਆ ਹੈ, ਖਰਚਾ ਵੱਧ ਗਿਆ। ਫਿਰ ਅੰਕੜੇ ਜਿਹੜੇ ਉਹ ਦੇ ਰਹੇ ਨੇ ਬਈ ਜਿਹੜੀ ਮਿਊਨਿਸਪਲ ਪੁਲਿਸ ਡਿਪਾਰਟਮੈਂਟ ਦੇ ਮਾਡਲ ਦੇ ਹਿਸਾਬ ਨਾਲ 2 ਪੁਲਿਸ ਅਫੀਸਰ ਇੱਕ ਕਰੂਜ਼ਰ ਚਾਹੀਦੇ ਨੇ। ਗਿਣਤੀ ਜੇ ਸੇਮ ਰੱਖਣੀ ਹੈ, ਸਰੀ ਦਾ ਜਿਹੜਾ ਉਹ ਕ੍ਰਾਈਮ ਕਿਵੇਂ ਕੰਟਰੋਲ ਚ ਹੋਊਗਾ? ਜੇ ਹੁਣ 400 ਅਫੀਸਰ ਸੜਕ ਤੇ ਆ ਤਾਂ 400 ਗੱਡੀ ਆ RCMP ਦੀ, ਤੇ ਜੇ 400 ਦੀ ਜਗ੍ਹਾ 400 ਮਿਊਨਿਸਪਲ ਅਫੀਸਰ ਆ ਸੜਕ ਲਈ ਤਾਂ 200 ਗੱਡੀ ਹੋ। ਇਹ ਵੀ ਕਹਾਣੀ ਨਾਲ, ਕਿਉਂਕਿ ਇਹ ਕੈਂਪੇਨ ਆ ਉਹ ਆਪਣੇ ਪਾਸਿਓਂ ਹੱਕ ਚ ਕਹਿ ਰਹੇ ਨੇ। ਅੱਛਾ, ਨੈਸ਼ਨਲ ਪੁਲਿਸ ਫੈਡਰੇਸ਼ਨ ਨੇ ਵੀ ਰੈਫਰੈਂਡਮ ਲਈ ਕਿਹਾ ਵੀ ਇਹ ਹੋਣੀ ਚਾਹੀਦੀ ਹੈ, ਪਰ ਮਕੱਲਮ ਤੇ BC ਦੇ ਸੋਲਿਸਿਟਰ ਜਨਰਲ ਮਾਈਕ ਫਾਰਨਵਰਥ ਨੇ ਰੈਫਰੈਂਡਮ ਦੇ ਹੱਕ ਦੇ ਵਿਰੁੱਧ ਦੀ ਗੱਲ ਪਿਛਲੇ ਸਮੇਂ ਕੀਤੀ ਹੈ। 144 247 1550 ਕੀ ਸੋਚਦੇ ਹੋ ਤੁਸੀਂ ਇਸ ਦੇ ਬਾਰੇ? ਇਹ ਕਿਉਂਕਿ ਅਗਲੇ ਸਾਲ ਅਕਤੂਬਰ ਚ ਇਲੈਕਸ਼ਨਾਂ ਵੀ ਨੇ, ਇਹ ਯਾਦ ਰੱਖਿਓ। ਇਲੈਕਸ਼ਨ ਪੈਂਤੜਾ ਸਰੀ ਦੇ ਵਿੱਚ ਪੁਲਿਸ ਫੋਰਸ ਆਪਣੀ ਜਾਂ RCMP, ਲੋਕ ਇਸ ਗੱਲ ਤੋਂ ਔਖੇ ਹੋਏ ਪਏ ਨੇ ਬਈ ਸਰੀ ਦੀ ਪੁਲਿਸ ਨੂੰ ਇੰਸਟਰਕਸ਼ਨਾਂ ਜਿਹੜੀਆਂ ਨੇ ਉਹ ਆਟਵਾ ਤੋਂ ਆਉਣ। ਉਹ ਕਹਿੰਦੇ ਸਾਡਾ ਬੋਰਡ ਹੋਵੇ, ਸਾਡਾ ਪੁਲਿਸ ਚੀਫ ਹੋਵੇ, ਸਾਡੇ ਪੁਲਿਸ ਚੀਫ ਦੇ ਉੱਪਰ ਮੇਅਰ ਬੈਠਾ ਹੋਵੇ ਤੇ ਲੋਕ ਕਹਿ ਸਕਣ ਵੀ ਆਹ ਗਲੀ, ਆਹ ਕੂਚੇ, ਆਹ ਏਰੀਏ ਦੇ ਵਿੱਚ ਆਹ ਸਸਪੀਸ਼ੀਅਸ ਚੀਜ਼ਾਂ ਹੋ ਰਹੀਆਂ ਨੇ, ਇੱਥੇ ਪੁਲਿਸ ਦੀ ਮੁਸਤੈਦੀ ਵਧਾਓ। ਹੁਣ ਨਹੀਂ ਤੁਸੀਂ ਕਹਿ ਸਕਦੇ, ਤੁਹਾਡੇ ਕੋਲ ਕੋਈ ਇੰਸਟਰਕਸ਼ਨਾਂ ਨਹੀਂ ਹੈ ਕਿਸੇ ਨੂੰ ਕਹਿਣ ਦੀ। ਉਸੇ ਸਮੇਂ ਮੇਅਰ ਇੰਸਟਰਕਸ਼ਨਾਂ ਦੇ ਸਕਦਾ ਚੀਫ ਨੂੰ। ਬੋਰਡ ਹੈ 8 ਬੰਦੇ ਨੇ 9, ਉਹ ਕਹਿ ਸਕਦੇ ਨੇ। ਕੀ ਸੋਚਦੇ ਹੋ ਤੁਸੀਂ? ਇਹਦੇ ਨਾਲ ਹੀ ਮੈਂ ਗੱਲ ਜਿਹੜੀ ਮੈਂ ਕਰਨੀ ਤਾਰੀਫ ਚਾਹੁੰਦਾ ਵੀ ਤੁਹਾਡੇ ਹੱਕ ਕਿੱਡੇ ਨੇ। ਜੇ ਤੁਸੀਂ ਹੱਕਾਂ ਨੂੰ ਵਰਤਣਾ ਤੁਹਾਨੂੰ ਆਉਂਦਾ ਹੋਵੇ ਤਾਂ ਯੂਨਿਟੀ ਹੋ। ਪ੍ਰਭਜੋਤਪਾਲ ਸਿੰਘ, ਲਾਈਨ ਨੰਬਰ 2। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸੈਨ ਸਾਹਿਬ, ਜਦੋਂ ਮੈਂ ਕ੍ਰਾਂਤੀ ਦੀ ਹੱਦ ਹੀ ਨਹੀਂ ਕੋਈ ਰਹਿ ਗਈ ਕਿ ਹੋ ਕੀ ਰਿਹਾ ਆ। ਜਿੱਦਾਂ ਇੱਥੇ ਇਹੋ ਹੀ ਤਾਂ ਹੈਗਾ ਆ ਜਿਹੜੇ ਤੁਹਾਡੇ ਹੱਕ ਹਕੂਕ ਹੁੰਦੇ ਆ ਉਹਦੇ ਵਿੱਚ ਆ ਕੇ ਦੂਸਰਾ ਬੰਦਾ ਇੰਟਰਫੀਅਰ ਨਹੀਂ ਕਰਦਾ। ਪਰ ਅੱਜ ਵਰਤਾਰਾ ਸਾਰੇ ਪਾਸੇ ਬਦਲ ਰਿਹਾ ਹੈਗਾ ਆ। ਤੇ ਤੁਹਾਨੂੰ ਯਾਦ ਹੋਣਾ ਜਦੋਂ ਸਿਟੀ ਪੁਲਿਸ ਦੀ ਗੱਲ ਚੱਲਦੀ ਸੀ, ਉਸ ਵੇਲੇ ਜਿਹੜੀ ਸਰੀ ਦੇ ਕਮਿਊਨਿਟੀਜ਼ ਹੈਗੀਆਂ ਉਹਨਾਂ ਦੇ ਵਿੱਚੋਂ ਇੱਕ ਇਨੀਸ਼ੀਏਟਿਵ ਜਿਹੜਾ ਹੈਗਾ ਆ ਗੁਰਦੁਆਰਿਆਂ ਰਾਹੀਂ ਲਿਆ ਗਿਆ ਸੀ। ਉਹਦੇ ਵਿੱਚ ਕਿਹਾ ਗਿਆ ਸੀ ਕਿ ਅਸੀਂ ਜਿਹੜੀ ਆ ਪੁਲਿਸ ਆ ਅਸੀਂ ਆਪਣੀ ਲੋਕਲ ਚਾਹੁੰਦੇ ਆ। ਤੇ ਉਸ ਵੇਲੇ ਵੀ ਜਿਹੜਾ ਇਹਨੂੰ ਪ੍ਰੈਜ਼ੈਂਟ ਇਸੇ ਤਰ੍ਹਾਂ ਹੀ ਜਿੱਦਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹੋ ਜਿਹੜਾ ਹੈਗਾ ਆ ਵੀ ਇਹ ਜਿਹੜਾ ਆ ਸਿੱਖ ਭਾਈਚਾਰਾ ਇਹਦੇ ਵਿੱਚ ਇੰਟਰਫੀਅਰ ਕਰ ਰਿਹਾ, ਜਦਕਿ ਅਸਲ ਜਿਹੜੀ ਗੱਲ ਆ ਉਹਦੇ ਪਿੱਛੇ ਜਿਹੜੀ ਲੁਕੀ ਸੀ ਬਰਾਊਨ ਵਰਸਸ ਵਾਈਟ ਵਾਲੀ ਗੱਲ, ਜਿੱਦਾਂ ਕੋਸ਼ਿਸ਼ ਜਿਹੜੀ ਆ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਤੇ ਹੁਣ ਵੀ ਆ ਜਿਹੜਾ ਜੋ ਹੈਗਾ ਆ ਅਸਲ ਤਾਂ ਇਹੋ ਹੀ ਆ ਕਿ ਸਰੀ ਨੂੰ ਜਿਹੜਾ ਆ ਹੁਣ ਉਹ ਇੱਕ ਜਿਹੜਾ ਲੂਪ ਹੋਲ ਆ ਉਹਦੇ ਰਾਹੀਂ ਜਿਹੜਾ ਸਾਰੇ ਪ੍ਰੋਵਿੰਸ ਚੋਂ ਜਿਹੜਾ ਤੁਸੀਂ ਦੱਸਦੇ ਆ ਜਿੱਦਾਂ ਵੀ ਇਹੋ ਲੈ ਕੇ ਰਾਏ ਫਿਰ ਸਰੀ ਦੇ ਲੋਕਾਂ ਦਾ ਜਿਹੜਾ ਆ ਭਵਿੱਖ ਡਿਸਾਈਡ ਕੀਤਾ ਜਾਊਗਾ। ਜਦੋਂ ਉੱਥੇ ਜਿਹੜੀਆਂ ਸਮੱਸਿਆਵਾਂ ਹੋ ਰਹੀਆਂ ਉੱਥੇ ਦੇ ਜਿਹੜੇ ਧੀਆਂ ਪੁੱਤ ਮਰ ਰਹੇ, ਉਹਦਾ ਤਾਂ ਹੱਲ ਕੋਈ ਨਹੀਂ ਬਾਹਰਲਾ ਜਾ ਕੇ ਕਰਦਾ।
ਤੇ ਜਿਹੜਾ ਆਪਣਾ ਲੋਕਲ ਕੁਝ ਕਰਨਾ ਚਾਹੁੰਦੇ ਆ ਤੇ ਬਾਹਰਲਿਆਂ ਨੂੰ ਕਾਹਤੇ ਦੂਜਾ ਤੇ ਇੰਟਰਫੀਅਰ ਕਰਨ ਦੀ ਕੋਸ਼ਿਸ਼ ਕਰਾਈ ਜਾ ਰਹੀ ਹੈ, ਸਮਝ ਨਹੀਂ ਆ ਰਹੀ। ਇਹ ਗਲਤ ਰਾਜਨੀਤੀ, ਗੰਦੀ ਰਾਜਨੀਤੀ ਆ, ਨਹੀਂ ਹੋਣੀ ਚਾਹੀਦੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਦਿਓਲ ਸਾਹਿਬ, ਲਾਈਨ ਨੰਬਰ 3। ਹਾਂਜੀ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗੱਲ ਸਾਹਿਬ, ਇੱਕ ਤਾਂ ਚਲੋ ਚੰਗੀ ਗੱਲ ਇਹ ਆ ਵੀ ਦੇਖੋ, ਜੇ ਡੈਮੋਕ੍ਰੇਸੀ ਹਰ ਤਰ੍ਹਾਂ ਦੇ ਜਿਹੜੇ ਢੰਗ ਤਰੀਕੇ ਹੈਗੇ, ਇਹਦੇ ਵਿੱਚ ਇਹ ਆ ਵੀ ਚਲੋ ਤੁਹਾਡੇ ਕੋਲ ਰਾਈਟ ਹੈਗਾ, ਤੁਸੀਂ ਕਿਸੇ ਨੇ ਵੀ ਆਪਣੀ ਗੱਲ ਕਰਨੀ ਆ, ਉਹ ਵਧੀਆ ਚੀਜ਼ ਆ। ਪਰ ਹੁਣ ਉਸ ਚੀਜ਼ ਦਾ ਇਸ ਤਰ੍ਹਾਂ ਆ ਵੀ ਇਹ ਜਾਂ ਤਾਂ ਗੱਲ ਸ਼ੁਰੂ ਹੋਣੀ ਹੋਵੇ ਫੇਰ ਆ। ਮੰਨ ਲਓ ਪਹਿਲੀਆਂ ਜਿਹੜੀਆਂ 2 ਇਲੈਕਸ਼ਨ ਆ ਉਹ ਇੱਕ ਕਿਸਮ ਦੇ ਰੈਫਰੈਂਡਮ ਹੀ ਹੋਏ ਆ। ਇੱਕ ਸਾਰੀ ਮਿਊਨਿਸਪਲ ਜਿਹੜੀ ਇਲੈਕਸ਼ਨ ਜਦੋਂ ਲੜੀ ਗਈ ਆ, ਜਾਂ ਪਿਛਲੀਆਂ ਪ੍ਰੋਵਿੰਸ਼ੀਅਲ ਇਲੈਕਸ਼ਨਾਂ, ਉਹ ਇਸੇ ਮੁੱਦੇ ਤੇ ਲੜੀਆਂ ਗਈਆਂ। ਮੰਨ ਲਓ BC ਲਿਬਰਲ ਰੈਫਰੈਂਡਮ ਦੇ ਹੱਕ ਦੇ ਵਿੱਚ ਸੀਗੀ ਤੇ NDP ਚਲੋ ਪਹਿਲਾਂ ਸੀਗੀ ਵੀ ਸਟੈਪ ਡਾਊਨ ਕਰ ਲਿਆ ਹੈਗਾ। ਫਿਰ ਉਹਨਾਂ ਚੀਜ਼ਾਂ ਦੀ ਕੀ ਵੈਲਿਊ ਰਹਿ ਗਈ ਆ ਵੀ ਤੁਸੀਂ ਜਾਂ ਮੰਨ ਲਓ ਉਹ ਫਿਰ ਐਥੀਕਲੀ ਜਿਹੜੀਆਂ ਚੀਜ਼ਾਂ ਤੁਸੀਂ ਪਹਿਲਾਂ ਇਲੈਕਸ਼ਨ ਲੜਨ ਵੇਲੇ ਕਹਿੰਦੇ ਆ, ਉਹ ਫਿਰ ਕਿਹੜੇ ਖਾਤੇ 'ਚ ਪੈਣੀਆਂ? ਮੇਰਾ ਕਹਿੰਦਾ ਮਤਲਬ ਆ, ਕਿਉਂਕਿ ਜਾਂ ਤਾਂ ਫਿਰ ਤੁਸੀਂ ਉਹਨਾਂ ਚੀਜ਼ਾਂ ਨੂੰ, ਚਲੋ ਇਹ ਰਾਈਟ ਹੈਗਾ ਉਹਨਾਂ ਦਾ, ਰਾਈਟ ਯੂਜ਼ ਕਰ ਸਕਦੇ, ਪਰ ਰਾਈਟ ਜਾਂ ਤਾਂ ਉਹਨਾਂ ਨੂੰ ਮੌਕਾ ਪਹਿਲਾਂ ਨਾ ਮਿਲਿਆ ਹੋਵੇ। ਇਸ ਤਰ੍ਹਾਂ ਤਾਂ ਫਿਰ ਹਰ ਇੱਕ ਚੀਜ਼ ਦੇ ਉੱਤੇ ਆਪਾਂ ਖੜਕ ਸਕਦੇ ਆ। ਮੰਨ ਲਓ ਬੇਸ਼ੱਕ ਸਕਾਈ ਟ੍ਰੇਨ ਬਣਨੀ ਚਾਹੀਦੀ, ਨਹੀਂ ਬਣਨੀ ਚਾਹੀਦੀ ਜਾਂ ਕਿੱਦਾਂ ਆ, ਪਰ ਮੈਨੂੰ ਲੱਗਦਾ ਇਹਦੇ ਵਿੱਚ ਜਿੱਦਾਂ ਮੈਂ ਬੇਸ਼ੱਕ ਹੱਕ ਜਾਂ ਵਿਰੋਧ ਨਹੀਂ, ਇੱਕ ਜਿੱਦਾਂ ਪ੍ਰਭਜੋਤ ਹੋਣੀ ਵੀ ਕਿਹਾ, ਮਸਲਾ ਇੱਕ ਤਾਂ ਪਹਿਲਾਂ ਹਾਲੇ ਤੱਕ ਉਹ ਸੋਲੂਸ਼ਨ ਤੇ ਕੋਈ ਨਹੀਂ ਬੋਲਦਾ ਵੀ ਗੈਂਗਵਾਰ ਜਿਹੜਾ ਸਾਡਾ ਵਾਇਲ ਉਹ ਨੌਜਵਾਨੀ ਦਾ ਘਾਣ ਹੋ ਰਿਹਾ, ਉਹਦੇ ਲਈ ਸਰਕਾਰ ਜਾਂ ਫੈਡਰਲ ਜਾਂ ਪ੍ਰੋਵਿੰਸ਼ੀਅਲ ਤੌਰ ਤੇ ਜਾਂ ਸਿਰਫ ਤੋਂ ਕਿ ਲੋਕ ਕਿੱਦਾਂ ਸਾਰੇ ਜ਼ਿੰਮੇਵਾਰ ਆ, ਉਹਦੇ ਕੀ ਸੋਲੂਸ਼ਨ, ਉਧਰ ਕੋਈ ਨਹੀਂ। ਇਹ ਹੁਣ ਆਪਣੇ ਜੈ ਕੁੰਦਲ ਹੋਣੀ ਜਾਂ ਹੋ ਰਿਹਾ, ਇਹ ਆਪਣੀ ਜਿਹੜੀ ਇੰਟਰਨਲ ਪੋਲਿਟਿਕਸ ਇੱਕ ਦੂਜੇ ਦੀ ਵਿਰੋਧੀ ਆ, ਮੰਨ ਲਓ ਉਹਦੇ ਵਿੱਚ ਜ਼ਿਆਦਾ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਸਾਰੇ ਦੋਨਾਂ ਧਿਰਾਂ ਦੇ ਵੱਲੋਂ, ਕਿਉਂਕਿ ਇਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ। ਇਦਾਂ ਦਾ ਹੁਣ ਕੱਲ ਨੂੰ ਇਹ ਮੰਨ ਲਓ ਇੱਕ ਪੈਸੇ ਦੇ ਤੁਸੀਂ ਕਰਕੇ ਥੋੜਾ ਕਹਿਣਾ ਵੀ ਇਹਦੀ ਪੁਲਿਸ ਦੀ ਮੰਨ ਲਓ ਖਰਚਾ ਵਧਿਆ, ਇਕੱਲੇ ਖਰਚੇ ਦੇ ਨਾਲ ਥੋੜਾ ਚੀਜ਼ਾਂ ਜੁੜੀਆਂ ਹੁੰਦੀਆਂ। ਖਰਚਾ ਤਾਂ ਤੁਸੀਂ ਹੋਰ ਚੀਜ਼ਾਂ ਸਾਰੀਆਂ ਖਰਚੇ ਤੇ ਆ। ਮੰਨ ਲਓ ਸਕਾਈ ਟ੍ਰੇਨ ਬਣਾਉਣ ਲੱਗੇ, ਉਹ ਕਿਹੜੀ ਮੁਫ਼ਤ ਬਣਨੀ ਆ, ਉਹ ਤੋਂ ਅਸੀਂ ਖਰਚੇ ਤੋਂ ਕੀ ਕਰਾਉਣਾ ਹੈ? ਉਹ ਮੰਨ ਲਓ ਇਹ ਕੱਲ ਨੂੰ ਕੋਈ ਰੈਫਰੈਂਡਮ ਲਿਆ ਕੇ ਖੜਾ ਕਰ ਦੂਗਾ। ਕਹਿਣ ਤੋਂ ਭਾਵ ਜਿਹੜੀ ਚੀਜ਼ ਆ ਉਹ ਬੀਬੀ ਨੂੰ ਜਿਹਨੂੰ ਲਿਆਂਦਾ ਗਿਆ, ਉਹਦੇ ਪਤੀ ਦੀ ਵੀ, ਉਹਦੇ ਹਸਬੈਂਡ ਦੀ ਵੀ ਡੈਥ ਹੋਈ ਆ, ਪਰ ਉਹਨੂੰ ਪੁੱਛਣ ਉਹ ਸੋਲੂਸ਼ਨ ਕੀ ਦਿੱਤਾ ਮੰਨ ਲਓ ਇਹਨਾਂ ਲੋਕਾਂ ਨੇ? ਉਹਦਾ ਸੋਲੂਸ਼ਨ ਤਾਂ RCMP ਰੱਖਣਾ ਤਾਂ ਸੋਲੂਸ਼ਨ ਹੈ ਨਹੀਂ, ਜਾਂ RCMP ਬਦਲਣਾ ਤਾਂ ਸੋਲੂਸ਼ਨ ਹੈ ਨਹੀਂ। ਪਰ ਇੱਕ ਗੱਲ ਜ਼ਰੂਰ ਆ, ਮੈਂ ਇਸ ਗੱਲ ਦੀ ਕਹਿੰਦਾ ਵੀ ਜੇ ਸਰੀ ਪੁਲਿਸ ਆਉਂਦੀ ਆ, ਇਹ ਵਧੀਆ ਚੀਜ਼ ਆ, ਤੁਹਾਡੀ ਇੱਕ ਖੁਦ ਮੁਖਤਿਆਰੀ ਤੁਹਾਡੇ ਕੋਲ ਆ, ਹੋਰ ਇਹਦਾ ਫਾਇਦਾ ਹੋਵੇ ਨਾ ਹੋਵੇ, ਤੁਸੀਂ ਡਿਸੀਜਨ ਮੇਕਰ ਜੇ ਤੁਸੀਂ ਆਪਣੇ ਸ਼ਹਿਰ ਦੇ ਲਈ ਵਧੀਆ ਆ। ਈਵਨ ਸਰੀ ਪੁਲਿਸ ਤੋਂ ਬਾਅਦ ਵੀ ਵਿਦਨ ਦਾ ਸਿਟੀ ਵੀ ਜਿਹੜੀਆਂ ਮੰਨ ਲਓ ਆਪਣੇ ਛੋਟੇ ਛੋਟੇ ਵਿਲੇਜ ਆ, ਜਿੱਦਾਂ ਆਪਣੇ ਬਾੜ ਸਿਸਟਮ ਵਾਂਗੂ ਆ, ਉਹਦੇ ਵਿੱਚ ਵੀ ਗਾਹਾਂ ਖੁਦ ਮੁਖਤਿਆਰੀ ਹੋਣੀ ਚਾਹੀਦੀ ਵੀ ਲੋਕਾਂ ਨੇ ਵੀ ਕਿੱਦਾਂ ਉਹ ਪੁਲਿਸ ਤੋਂ ਕੰਮ ਕਰਾਉਣਾ ਹੈ। ਇਕੱਲਾ ਸਿਟੀ ਦੇ ਵਿੱਚ ਪੁਲਿਸ ਲਿਆ ਕੇ ਨਹੀਂ ਗੱਲ ਹੈਗੀ, ਗਾਹਾਂ ਪੁਲਿਸ ਵਾਲਿਆਂ ਦੀ ਨਫਰੀ ਕਿੱਥੇ ਕਰਨੀ, ਉਹਨਾਂ ਤੋਂ ਕਰਾਉਣਾ ਕੀ ਆ। ਇਹ ਵਿੱਚ ਇਹ ਮੇਅਰ ਨਾ ਡਿਸਾਈਡ ਕਰੇ, ਉਹ ਗਾਹਾਂ ਜਿਹੜੇ ਲੋਕ ਆ, ਜਿਸ ਮੰਨ ਲਓ ਨਿਊਟਨ ਵਾਲੇ ਆ ਜਾਂ ਪੈਨੋਰਾਮਾ ਵਾਲੇ ਆ ਜਾਂ ਸਰੀ ਵੋਲੀ ਸੈਂਟਰ ਵਾਲੇ ਆ, ਉਹ ਡਿਸਾਈਡ ਕਰਨ ਤੇ ਅਸੀਂ ਪੁਲਿਸ ਦੀ ਵਰਤੋਂ ਕਿੱਦਾਂ ਕਿੱਥੇ ਕਿੱਥੇ ਕਰਨੀ ਆ। ਤੇ ਮੇਰੇ ਖਿਆਲ ਇਸ ਨੁਕਤੇ ਤੇ ਗੱਲ ਨਹੀਂ ਹੋ ਰਹੀ, ਤੇ ਹੋਣੀ ਚਾਹੀਦੀ ਆ। ਤੇ ਰੈਫਰੈਂਡਮ ਤਾਂ ਮੇਰੇ ਖਿਆਲ ਨਾਲ 2 ਵਾਰੀ ਤਾਂ ਹੋ ਚੁੱਕਾ ਹੈ, ਬਾਕੀ ਇਹਨਾਂ ਦੀ ਹੁਣ ਮਰਜ਼ੀ ਆ। ਬਾਕੀ ਫਿਰ ਦੂਜੇ ਵੀ ਲੋਕ ਉਸ ਹਿਸਾਬ ਨਾਲ ਮੁਹਰੇ ਆ ਜਾਣੇ ਆ, ਫਿਰ ਤਾਂ ਕੋਈ ਕਿਸੇ ਨੂੰ ਇਸ਼ੂ ਨਾਲ ਤਾਂ ਹੈ ਹੀ ਨਹੀਂ ਵੀ ਹੱਲ ਲੱਭਣੇ। ਸਾਹਿਬ, ਇਹ ਰਾਜਨੀਤਿਕ ਪੈਂਤੜਾ ਵੀ ਹੋ ਸਕਦਾ ਜੀ? ਇਹ ਤਾਂ ਜੀ ਪਹਿਲੇ ਦਿਨ ਤੋਂ ਹੀ ਆ। ਹੁਣ ਜਦ ਮੰਨ ਲਓ ਆਪਾਂ ਨੂੰ ਪਤਾ ਹੀ ਆ, ਜੈ ਕੁੰਦਲ ਹੋਣੀ ਪਹਿਲਾਂ ਕੀ ਕਰਦੇ ਹੈਗੇ, 3 ਜੋਬਾਂ RCMP 'ਚ ਵੀ ਕਰਦੇ, BC ਹਾਈਡਰੋ 'ਚ ਵੀ ਕਰਦੇ। ਸਰੀ ਆਪ ਤੁਸੀਂ ਮੰਨ ਲਓ ਲੋਕਾਂ ਦੇ ਟੈਕਸ ਪੇਅਰ ਦੀ ਮਨੀ 3 ਪਾਸਿਆਂ ਤੋਂ ਖਾਈ ਜਾਂਦੇ ਆ, ਤੇ ਉੱਥੇ ਤੁਸੀਂ ਇਸ਼ੂ ਬਣਾਉਂਦੇ ਆ। ਤੇ ਇਹ ਤਾਂ ਸਿੱਧੀ ਗੱਲ ਆ, ਤੁਸੀਂ ਪਿੰਡ 'ਚ ਕਰਨਾ ਫਸਾਉਣਾ, ਤੁਹਾਨੂੰ ਲੋਕਾਂ ਦੇ ਮਸਲਿਆਂ ਦਾ ਕੋਈ ਮਤਲਬ ਨਹੀਂ। ਚਲੋ ਠੀਕ ਹੈ, ਨਹੀਂ ਆਪਣਾ ਵਾਅਦਾ ਕੀਤਾ ਚੋਣ ਮੈਨੀਫੈਸਟੋ ਦੇ ਵਿੱਚ ਰੰਗਿਆ, ਉਹਨੀ ਤਾਂ ਲੈ ਕੇ ਆਉਣੀ ਆ। ਠੀਕ ਹੈ, ਤੁਸੀਂ ਇਹ ਮੇਰੇ ਖਿਆਲ ਨਾਲ ਇਹਦੇ ਵਿੱਚ ਇਸ ਮੁੱਦੇ ਤੇ ਡਿਬੇਟ ਹੋਣੀ ਚਾਹੀਦੀ ਵੀ ਸਾਨੂੰ ਇਹਦੇ ਬੈਨੀਫਿਟ ਕੀ ਹੋਣੇ। ਇਕੱਲਾ ਇਹ ਦੂਜੇ ਪੱਖ ਤੋਂ ਨਹੀਂ ਵੀ ਇਹਦੀ ਕੋਸਟ ਵਧੇ ਜਾਂ ਘਟੇ। ਇਹ ਆਪਾਂ ਜੇ ਮੰਨ ਲਓ RCMP ਵੀ ਰੱਖਣੀ ਆ, ਕਹਿ ਦੇਣਾ ਅਸੀਂ, ਪਰ RCMP ਕੀ ਸਾਨੂੰ ਖੁਦ ਮੁਖਤਿਆਰੀ ਦਿੰਦੀ ਆ ਸਿਟੀ ਨੂੰ? ਜੇ RCMP ਨੇ ਮੰਨ ਲਓ ਫੈਡਰਲ ਤੋਂ ਕੰਮ ਕਰਨਾ, ਫਿਰ ਅਸੀਂ RCMP ਤੋਂ ਕੀ ਕਰਾਉਣਾ ਆ? ਹੁਣ ਅਸੀਂ ਨਿਊਟਨ ਦੇ ਵਿੱਚ ਰੱਖਣੀ ਚਾਹੁੰਦੇ ਆ ਪੁਲਿਸ, RCMP ਅਸੀਂ ਚਾਹੁੰਦੇ ਇੱਥੇ ਪੁਲਿਸ ਤਾਂ ਗਸ਼ਤ ਕਰੇ, ਇੱਥੇ ਖੜੇ ਇਹਨਾਂ ਤੇ ਖੜੇ। ਉਹ ਮੰਨ ਲਓ ਡਿਸਾਈਡ ਤਾਂ ਮੰਨ ਲਓ ਜਾ ਕੇ ਆਟੋ ਵਾਲੇ ਕਰਦੇ ਆ, ਫਿਰ ਸਾਨੂੰ ਅਸੀਂ RCMP ਤੋਂ ਕੀ ਕਰਾਉਣਾ? ਫਿਰ ਤਾਂ ਪਿੱਛੇ ਜਿਹੜੇ ਅਸੀਂ ਪੈਸੇ ਦਿੰਦੇ ਸਾਨੂੰ ਉਹਦੇ ਨਾਲ ਤਾਂ ਸਿਕਿਉਰਿਟੀ ਰੱਖ ਲੈਣੀ ਚਾਹੀਦੀ RCMP ਕੱਢ ਕੇ, ਜੇ ਪੈਸੇ ਹੀ ਬਚਾਉਣੇ ਆ ਫਿਰ ਅਸੀਂ RCMP ਤੋਂ ਕੀ ਕਰਾਉਣਾ? ਇੱਕ ਮੰਨ ਲਓ ਉਹਨਾਂ ਦੀ ਪ੍ਰੈਜੈਂਸ ਹੀ ਚਾਹੀਦੀ ਆ, ਉਹ ਸਿਕਿਉਰਿਟੀ ਦੀ ਪ੍ਰੈਜੈਂਸ ਚਾਹੀਦੀ ਆ, ਉਹਨੂੰ ਤੁਸੀਂ ਮੇਰੇ ਅਧਿਕਾਰ ਦੇ ਦਿਓ, ਇਹਨਾਂ ਤੋਂ ਕੀ ਕਰਾਉਣਾ? ਫਿਰ ਗੱਲ ਤਾਂ ਮੰਨ ਲਓ ਜਿਹੜਾ ਮੁੱਦਾ ਆ ਉਹ ਤੇ ਨਹੀਂ ਡਿਬੇਟ ਹੋ ਰਹੀ। ਮੰਨ ਲਓ ਇੱਕ ਹੋਰ ਹੀ ਡਿਫਰੈਂਟ ਤੇ ਆ ਵੀ ਅਸੀਂ ਇਸ ਤਰ੍ਹਾਂ ਕਰਨੀ ਆ। ਮੇਰੇ ਖਿਆਲ ਨਾਲ
ਨਹੀਂ ਲੋਕਾਂ ਨੂੰ ਪਤਾ ਹੀ ਆ, ਬਾਕੀ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਇਹ ਕਮਿਊਨਿਟੀ ਦਾ ਵੀ ਬਣਾਇਆ ਆ ਲੋਕਾਂ ਨੇ। ਹੁਣ ਜੈਂਡਰਮੈਨ ਵੈਨਕੂਵਰ ਤੋਂ ਆ ਕੇ ਇੱਥੇ ਜਿਹੜੇ ਉਹ HST ਵਾਲੇ, ਉਹਦਾ ਕੀ ਮੁੱਦਾ ਮੰਨ ਲਓ ਸਾਡਾ ਕੀ ਸੰਬੰਧ ਤੋਂ ਪਤਾ ਇਸ ਚੀਜ਼ ਦਾ? ਉਹ ਪ੍ਰੀਵੈਂਸ਼ਨ ਮੈਟਰ ਸੀਗਾ, ਉਹਦੇ ਵਿੱਚ ਠੀਕ ਆ। ਉਹ ਸਿਟੀ ਵਾਲੇ ਮੈਟਰ 'ਚ ਕਿਉਂ ਆ ਰਿਹਾ? ਉਹ ਕੌਣ ਹੁੰਦਾ ਮੰਨ ਲਓ ਸਾਨੂੰ ਦੱਸਣ ਵਾਲਾ? ਸਾਨੂੰ ਕਮਿਊਨਿਟੀ ਦੇ ਇਸ਼ੂ ਦਾ ਨਹੀਂ ਪਤਾ। ਜੇ ਉਹਨੇ ਆਉਣਾ ਸਾਡੇ ਇਸ਼ੂ ਤੇ ਗੱਲ ਕਰੇ ਵੀ ਆ ਤੁਹਾਡੇ ਇਸ਼ੂ ਦਾ ਆਹ ਕਾਰਨ ਹੈ, ਉਹ ਮੰਨ ਲਓ ਇਦਾਂ ਦੇ ਟੈਂਟ 'ਚ ਕਰਨਾ ਸੁਣਨ ਵਾਲਿਆਂ ਨੂੰ ਮੇਰੇ ਕੋਲ ਸਿਟੀ ਨੂੰ ਅਲਾਉ ਨਹੀਂ ਕਰਨਾ ਚਾਹੀਦਾ ਇਦਾਂ ਦੇ ਬੰਦਿਆਂ ਨੂੰ। ਤੇ ਕਾਫੀ ਚਲੋ ਮੇਰੇ ਖਿਆਲ ਨਾਲ ਤੇ ਪੋਲਿਟਿਕਸ ਹੋਣੀ ਆ, ਸੋਲੂਸ਼ਨ ਘੱਟ ਨਿਕਲਣਾ ਆ। ਧੰਨਵਾਦ ਜੀ। ਥੈਂਕ ਯੂ। ਕਰਨ ਸਿੰਘ। ਹਾਂਜੀ ਗਿੱਲ ਸਾਹਿਬ, ਦੇਖੋ ਤੁਸੀਂ ਸਵੇਰੇ ਵੀ ਇਹ ਨਿਊਜ਼ ਬ੍ਰੇਕ ਹੋਈ ਸੀ ਤੁਹਾਡੇ ਪ੍ਰੋਗਰਾਮ ਦੇ ਦੌਰਾਨ, ਔਰ ਗੋਲਡੀ ਹੁਣੀ ਬਹੁਤ ਵਧੀਆ ਐਕਸਪਲੇਨ ਕਰ ਗਿਆ। ਇਹ ਫੰਡ ਇਕੱਠੇ ਹੋਣਗੇ ਜੀ ਦੁਬਾਰਾ ਹੁਣ ਫਿਰ, ਮਤਲਬ ਕਿ ਜਿਹਨਾਂ ਨੇ ਵਿਰੋਧ ਵੀ ਕਰਨਾ ਹੈਗਾ ਆ। ਔਰ ਦੂਸਰੀ ਕੁਐਸਚਨ ਤਾਂ ਮੇਰਾ ਇਹ ਆ ਕਿ ਦੇਖੋ ਠੀਕ ਆ, ਜਿਹੜੇ ਲੇਡੀ ਦਾ ਨਾਮ ਲੈ ਰਹੇ ਹੈਗੇ ਉਹਨਾਂ ਦੇ ਹਸਬੈਂਡ ਮਿਸਟੇਕਨ ਆਇਡੈਂਟੀਟੀ ਦੇ ਨਾਲ ਇਸ ਜਹਾਨ ਤੋਂ ਉਹਨਾਂ ਨੂੰ ਜਾਣਾ ਪਿਆ, ਬਹੁਤ ਮਾੜੀ ਗੱਲ ਆ। ਪਰ ਮੈਨੂੰ ਇਹ ਨਹੀਂ ਸਮਝ ਆਉਂਦਾ ਫਿਰ ਉਹਦੇ ਵਿੱਚ RCMP ਦੀ ਇੰਨੇ ਉਹਨਾਂ ਨੂੰ ਕੀ ਫਿਕਰ ਪੈਗਾ ਕਿ RCMP ਰਹਿਣੀ ਚਾਹੀਦੀ ਆ? ਜੇ RCMP ਮੁਸਤੈਦ ਹੁੰਦੀ ਇੰਨੀ ਜ਼ਿਆਦਾ ਪਹਿਲਾਂ, ਸ਼ਾਇਦ ਉਹਨਾਂ ਦਾ ਜਿਹੜਾ ਹਸਬੈਂਡ ਆ ਉਹ ਇਸ ਤਰ੍ਹਾਂ ਮਤਲਬ ਕਿ ਅਣਿਆਈ ਮੌਤੇ ਨਾ ਜਾਂਦੇ ਆ ਜਹਾਨ ਤੋਂ, ਹਨਾ। ਜੇ ਲਾ ਐਂਡ ਆਰਡਰ ਦਾ ਕੋਈ ਡਰ ਹੁੰਦਾ ਇੱਥੇ, ਜਿਹੜੇ ਗੈਂਗਸਟਰ ਕਹਿ ਲਈਏ ਜਾਂ ਆਪਾਂ ਕੁਛ ਵੀ ਇਹਨਾਂ ਨੂੰ ਕਹਿ ਲਈਏ, ਹਨਾ ਜੀ। ਸੋ ਗਿੱਲ ਸਾਹਿਬ, ਦੂਸਰੀ ਗੱਲ ਇਹ ਹੈਗੀ, ਤੁਸੀਂ ਸਟੀਵ ਰਾਏ ਉਹਨਾਂ ਦੀ ਗੱਲ ਕੀਤੀ ਸੀਗੀ, ਗੱਲ ਤਾਂ ਇਹ ਹੋਈ ਹੈ ਨਾ ਕਿ ਕੀਤੀਆਂ ਦੁੱਲੇ ਦੀਆਂ ਲੱਦੀ ਦੇ ਪੇਸ਼ ਆਈਆਂ। ਉਹ ਜਿਹੜੇ ਦੁੱਲੇ ਆ ਜਦੋਂ ਕੋਈ ਵੀ ਬਣ ਜਾਂਦਾ ਹੈਗਾ, ਜਿਸ ਵੇਲੇ ਉਹ ਆਪਣੀਆਂ ਬਛੀਕੀਆਂ ਮਾਰਦੇ ਆ ਬਾਹਰ ਆ ਕੇ, ਤਾਂ ਉਹਦੇ ਨਾਲ ਫਿਰ ਭਾਈਚਾਰੇ ਦੇ ਵਿੱਚ ਵੀ ਜਿਹੜਾ ਹੈਗਾ ਆ ਥੋੜਾ ਜਿਹਾ ਉਹ ਮਤਲਬ ਭਰਮ ਭ੍ਰਾਂਤੀਆਂ ਫੈਲ ਜਾਂਦੀਆਂ ਹੈਗੀਆਂ ਆ। ਔਰ ਕੰਮ ਜਿਹੜੇ ਹੈਗੇ ਆ ਮਤਲਬ ਕਿ ਬਹੁਤ ਏਦਾਂ ਦੀ ਗੱਲ ਨਹੀਂ ਹੈਗੀ, ਬਹੁਤ ਕੁਝ ਚੇਂਜ ਹੋਇਆ ਹੈਗਾ। ਬਟ ਹੁਣ ਵੀ ਤੇ ਇੱਥੇ ਇਹੀ ਹੈਗਾ ਕਿ ਜਿਹੜੇ ਦੇਸ਼ਤੇ ਹੈਗੇ ਉਹਨਾਂ ਦੇ ਕੰਮ ਹੋਈ ਜਾ ਰਹੇ ਹੈਗੇ ਆ। ਹੁਣ ਪਹਿਲਾਂ ਪ੍ਰਾਪਰਟੀਆਂ ਖਰੀਦਦੇ ਸੀ ਬਿਲਡਰ ਵੱਡੇ ਵੱਡੇ, ਜਿੱਥੇ ਲਾਈਟ ਰੇਲ ਬਣਨੀ ਸੀਗੀ, ਹੁਣ ਉਹ ਸਕਾਈ ਟ੍ਰੇਨ ਦੇ ਆਲੇ ਦੁਆਲੇ ਖਰੀਦਣ ਲੱਗੇ ਹੋਆ। ਕੋਈ ਕਹਿੰਦਾ ਜੀ ਸਿੱਧਾ ਹੀ ਕਰ ਦਿਓ 84 ਨੂੰ, ਕੋਈ ਕੁਛ ਨਾ ਲੈ ਕੇ ਲੋਕਾਂ ਦਾ ਔਰ ਆਪਣੇ ਮਫਾਦ ਕੱਢੇ ਜਾ ਰਹੇ ਹੈਗੇ ਆ, ਮਤਲਬ ਕਿ। ਔਰ ਦੂਸਰਾ ਗਿੱਲ ਸਾਹਿਬ, ਇਹਦੇ ਵਿੱਚ ਸਭ ਤੋਂ ਵੱਡੀ ਗੱਲ, ਮੈਂ ਜਿਹੜੇ ਗੱਲ ਵਾਸਤੇ ਫੋਨ ਕੀਤਾ ਸੀਗਾ, ਮੇਰ ਡਗ ਮਕੱਲਮ ਸਾਹਿਬ ਨੂੰ ਬੇਨਤੀ ਆ, ਸਾਰੀ ਕੌਂਸਲ ਨੂੰ ਬੇਨਤੀ ਆ, ਸਰੀ ਵਾਲਿਆਂ ਨੂੰ ਬੇਨਤੀ ਆ, ਜਿੰਨਾ ਚਿਰ ਬਾਰਡ ਸਿਸਟਮ ਨਹੀਂ ਬਣਦਾ, ਬਾਰਡ ਦਾ ਤੁਹਾਡਾ ਆਪਣਾ ਕੌਂਸਲਰ ਨੁਮਾਇੰਦਾ ਨਹੀਂ ਹੋਊਗਾ, ਉਹਨਾਂ ਚਿਰ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਸਿਟੀ ਆਫ ਸਰੀ ਦੇ ਵਿੱਚ। ਇਹ ਵੀ ਬਹੁਤ ਜ਼ਰੂਰੀ ਆ। ਬਾਰਡ ਜਿਹੜਾ ਹੋਊਗਾ ਉਹਦੇ ਵਿੱਚ ਜਿਹੜਾ ਮੈਂਬਰ, ਹਾਂਜੀ ਇਹ ਦੇਖੋ ਜੱਜ ਸਾਹਿਬ, ਅਸੀਂ ਨਾ ਮੌਕੇ ਤੇ ਆ ਕੇ, ਹੁਣ ਫੈਡਰਲ ਇਲੈਕਸ਼ਨ ਆਉਣੇ ਵਾਲੀ ਆ, ਫਿਰ ਪੈ ਜਾਣਾ ਜੀ NDP ਦਾ ਕੌਣ ਕੈਂਡੀਡੇਟ ਹੋਊਗਾ, ਕੰਜ਼ਰਵੇਟਿਵ ਦਾ ਕੌਣ ਹੋਊਗਾ ਤੇ ਲਿਬਰਲ ਦਾ ਕੌਣ ਹੋਊਗਾ। ਨੋਮੀਨੇਸ਼ਨ ਉਹਨਾਂ ਦੀ ਜਿਸ ਵੇਲੇ ਹੁੰਦੀ ਆ ਉਸ ਵੇਲੇ ਫਿਰ ਵੋਟਾਂ ਪੈਂਦੀਆਂ ਹੈਗੀਆਂ ਆ। ਮਤਲਬ ਇਹ ਆਪਾਂ ਥੋੜਾ ਜਿਹਾ ਨਾ ਜਿੱਦਾਂ ਹੁਣ ਕੀ ਕਹਿੰਦੇ ਹੁੰਦੇ ਆ ਭਾਈ, ਕਹਿੰਦੇ ਬਿੰਨੋ ਕੁੜੀ ਦੇ ਕੰਨ ਤੇ ਬੇੜੇ ਖੜੀ ਜਾਨੋ ਵਾਲੀ ਗੱਲ ਹੋ ਜਾਂਦੀ ਆ। ਸੋ ਇਹ ਬਾਰ ਸਿਸਟਮ ਦਾ ਮੰਗ ਕਿਸੇ ਵੀ ਮੀਡੀਆ ਨੇ ਨਹੀਂ ਕੀਤੀ ਹੈਗੀ। ਹਾਂ, ਇੱਕ ਇਨਸਾਨ ਹੈਗਾ ਆ, ਦੇਖੋ ਮੈਂ ਸਿਫਤ ਕਰਦਾ, ਸਰਦਾਰ ਹਰਜਿੰਦਰ ਸਿੰਘ ਸਿੰਧ, ਉਹ ਹਮੇਸ਼ਾ ਤੋਂ ਇਹ ਕਹਿੰਦੇ ਰਹੇ ਆ ਕਿ ਬਾਰ ਸਿਸਟਮ ਬਣਨਾ ਚਾਹੀਦਾ, ਬਾਰ ਸਿਸਟਮ ਬਣਨਾ ਚਾਹੀਦਾ ਆ। ਸੋ ਬਾਰ ਸਿਸਟਮ ਬਣੇ, ਕੌਂਸਲਰ ਆ ਹੁਣ ਮਨਦੀਪ ਨਾਗਰ ਆ, ਸਾਰੇ ਉਹਨੂੰ ਦਬੱਲੀ ਫਿਰਦੇ ਆ, ਉਹ ਸਾਰੀ ਸਰੀ ਦਾ ਹੀ। ਮਤਲਬ ਮੈਂ ਇਹ ਨਹੀਂ ਕਹਿੰਦਾ ਹੈਗਾ ਉਹਨਾਂ ਨਾਲ ਰੋਸੇ ਗਿਲੇ ਹੋਣਗੇ ਲੋਕਾਂ ਦੇ, ਉਹ ਵੀ ਮੈਂ ਦੇਖਿਆ ਇੱਥੇ ਆ ਕੇ, ਹੁਣ ਬੋਲੀ ਤਾਂ ਉਹਨਾਂ ਨੂੰ ਵੀ ਉਹੀ ਬੋਲਣੀ ਪੈਂਦੀ ਨਾ ਜੋ ਉਹਨਾਂ ਦੇ ਮਾਲਕ ਕਹਿੰਦੇ ਆ ਅੱਗਿਓਂ। ਸੋ ਜੇ ਤੁਹਾਡੇ ਬਾਰ ਦੇ ਵਿੱਚੋਂ ਤੁਹਾਡਾ ਨੁਮਾਇੰਦਾ ਹੋਊਗਾ, ਆਹ ਜਿੱਦਾਂ ਹੁਣ ਕਹਿ ਰਹੇ ਰੈਫਰੈਂਡਮ ਕਰਵਾਉਣਾ, ਉਹਦੇ ਵਿੱਚ ਪ੍ਰੋਵੀਜ਼ਨ ਹੋਣੀ ਚਾਹੀਦੀ ਕਿ ਜੇ ਸਾਡਾ ਜਿਹੜਾ ਕੌਂਸਲਰ ਹੈ ਉਹ ਕੰਮ ਨਹੀਂ ਕਰੂਗਾ, ਅਸੀਂ ਉਹਨੂੰ ਵਾਪਸ ਰੀਕਾਲ ਕਰ ਸਕਦੇ ਹਾਂ। ਸੋ ਅਗਲੇ ਨੂੰ ਡਰ ਵੀ ਰਹੂਗਾ, ਸਾਰਾ ਕੁਝ ਹੋਊਗਾ ਨਾ, ਜ਼ਿੰਮੇਵਾਰੀ ਵੀ ਹੋਊਗੀ, ਜਿਵੇਂ ਮੈਂਬਰ ਪਾਰਲੀਮੈਂਟ ਇੱਕ ਏਰੀਆ ਦਾ ਹੈਗਾ ਆ, ਇੱਕ MLA ਏਰੀਆ ਦਾ ਹੈਗਾ ਆ। ਸੋ ਇਸ ਤਰ੍ਹਾਂ ਇਹ ਜ਼ਰੂਰੀ ਆ ਬਹੁਤ ਜ਼ਿਆਦਾ, ਇਹਦੇ ਉੱਤੇ ਤੁਹਾਨੂੰ ਕੰਮ ਕਰਨ ਦੀ ਲੋੜ ਹੈਗੀ ਆ। ਸੋ ਬਾਕੀ ਜਿਹੜੀ ਹੁਣ ਪੁਲਿਸ ਦੀ ਆ, ਉਹਦੇ ਵਿੱਚ ਲੋਕੀ ਕਨਫਿਊਜ਼ ਹੋ ਗਏ ਆ ਜੀ ਬਹੁਤ ਜ਼ਿਆਦਾ। ਵੈਸੇ ਤਾਂ ਵਧੀਆ ਗੱਲ ਹੈ ਕਿ ਸਾਡੀ ਆਪਣੀ ਲੋਕਲ ਸਿਟੀ ਦੀ ਪੁਲਿਸ ਹੋਊਗੀ, ਔਰ ਜਿਹੜੇ ਇਹਦਾ ਵਿਰੋਧ ਕਰ ਰਹੇ ਆ ਮੈਨੂੰ ਸਮਝ ਨਹੀਂ ਆ ਰਹੀ, ਉਹ ਸਿਟੀ ਦੀ ਪਾਪੂਲੇਸ਼ਨ ਨਹੀਂ ਦੇਖਦੇ ਹੈਗੇ, ਸੋਰਸ ਆਫ ਇਨਕਮ ਨਹੀਂ ਦੇਖਦੇ ਹੈਗੇ। ਮੇਰੇ ਖਿਆਲ ਹੈ ਆਪਣੇ ਵੈਸਟਰਨ ਆਪਣੇ BC ਦੇ ਵਿੱਚ ਸਭ ਤੋਂ ਵੱਡੀ ਮਿਊਨਿਸਪੈਲਿਟੀ ਮੇਰਾ ਖਿਆਲ ਹੈ ਇਸ ਵੇਲੇ ਇਹਨੇ ਵੈਨਕੂਵਰ ਨੂੰ ਵੀ ਟੱਪ ਜਾਣਾ ਹੈਗਾ ਹੋਰ 2 ਸਾਲਾਂ ਨੂੰ, ਪਾਪੂਲੇਸ਼ਨ ਵਾਈਜ਼ ਵੀ ਔਰ ਏਰੀਆ ਵਾਈਜ਼ ਵੀ। ਸੋ ਇੱਥੇ ਕਿਉਂ ਨਹੀਂ ਚਾਹੀਦੀ ਹੈ ਕਿ ਲੋਕਲ ਪੁਲਿਸ ਚਾਹੀਦੀ ਹੈ ਜੀ। ਪਰ ਜਿਹੜੇ ਸਾਡੇ ਚੌਧਰੀ ਆ ਨਾ ਕੁਛ, ਉਹਨਾਂ ਨੂੰ ਵੀ ਥੋੜਾ ਜਿਹਾ ਮੂੰਹ ਆਪਣਾ ਬੰਨ ਕੇ ਰੱਖਣਾ ਚਾਹੀਦਾ ਕਿ ਮੈਂ ਹੀ ਮੇਅਰ ਨੂੰ ਜੇਬ 'ਚ ਰੱਖਿਆ ਤਾਂ ਮੈਂ ਹੀ ਆਪਣਾ ਲੈ ਕੇ ਆਉਣਾ ਹੈਗਾ। ਫਿਰ ਉਹਦੇ ਨਾਲ ਲੋਕਾਂ ਦੇ ਮਨਾਂ ਵਿੱਚ ਭਰਮ ਭ੍ਰਾਂਤੀਆਂ ਪੈਦਾ ਹੁੰਦੀਆਂ ਔਰ ਵਿਸ਼ਵਾਸ ਹੈ ਜਿਹੜਾ ਉਹ ਡੱਗ ਪਵਾਉਂਦਾ ਹੈਗਾ। ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਧੰਨਵਾਦ ਜੀ। ਸਾਹਿਬ ਬਲਵਿੰਦਰ ਸਿੰਘ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਵੀਰ ਜੀ, ਆਪਣਾ ਸਤਿ ਸ਼੍ਰੀ ਅਕਾਲ ਜੀ। ਰੌਲਾ ਚੱਲੀ ਜਾਂਦਾ ਪੁਲਿਸ ਦਾ, ਇਹ ਪੈਸਾ ਦਾ ਵੋਟਾਂ ਬਾਟਾਂ ਦਾ ਚੱਕਰ ਹੀ ਹੈਗਾ। ਤੇ ਤਾਂ ਹੁਣ ਆਪਾਂ ਦੇਖੀਏ ਵੀ 1000 ਬੰਦਾ ਸਿਟੀ ਪੁਲਿਸ ਦਾ ਕੰਮ ਕਰਦਾ ਤੇ 1000 RCMP ਦਾ ਕੰਮ ਕਰਦਾ,
ਫੇਰ ਤਾਂ ਬਰਾਬਰੀ ਰਹੂਗਾ ਕੰਮ। ਜੇ ਹੁਣ ਚਲ ਸਿਟੀ ਪੁਲਿਸ ਆ ਗਈ ਤੇ ਜੇ ਇਹਨਾਂ ਨੇ 1500 ਬੰਦਾ ਵਧਾਉਣਗੇ ਤਾਂ ਕੰਮ ਆਪੇ ਬੈਟਰ ਹੋ ਜਾਊਗਾ। ਵੈਸੇ ਆਰਸੀਐਮਪੀ ਦੀ ਯੂਨੀਅਨ ਬਹੁਤ ਤਕੜੀ ਹੈ, ਉਹਨਾਂ ਛੇੜੀ ਕਿਤੇ ਹਿੱਲਣਾ ਨਹੀਂਗਾ। ਤੇ ਬਾਕੀ ਇਹ ਹੈ ਜੀ ਆਰਸੀਐਮਪੀ ਆਪਾਂ ਕਹਿੰਦੇ ਫੈਡਰਲ ਗਵਰਨਮੈਂਟ ਨੂੰ ਕੰਟਰੋਲ ਕਰਦੀ ਆ, ਕਈ ਆਪਣੇ ਲੋਕ ਕਹਿੰਦੇ ਜੀ ਇਹਨੂੰ ਸਾਹਾਂ ਤੋਂ ਆਉਣੀ ਆ ਕਮਿਸ਼ਨ ਇੱਥੇ ਮੇਅਰ ਨੇ ਦੇ ਦੇਣੀ ਆ। ਜਿਹੜੀ ਮੇਅਰ ਵਾਲੀ ਅੱਜ ਫਰਜ਼ ਕਰੋ ਮੇਅਰ ਵਧੀਆ ਹੈਗਾ, ਕੱਲ ਨੂੰ ਪਤਾ ਜੇ ਹੋਰ ਆ ਜੇ 5-7 ਸਾਲਾਂ ਨੂੰ ਇਹ ਪੁਲਿਸ ਜਾਂ ਸਿਟੀ ਦੇ ਕੰਟਰੋਲ 'ਚ ਹੋ ਜੂਗੀ। ਤੇ ਜਿਹੜੀ ਫੈਡਰਲ ਹੈਗੀ ਆ ਉਹ ਫੈਡਰਲ ਦੇ ਕੰਟਰੋਲ 'ਚ। ਬਾਕੀ ਜੀ ਜੇ ਫੈਡਰਲ ਦਾ ਆਰਸੀਐਮਪੀ ਆ ਉਹ ਨਾ ਆਫਿਸਰ ਨੂੰ ਇੱਕ ਟਾਊਨ ਦੇ ਵਿੱਚ ਰਹਿਣ ਨਹੀਂ ਦਿੰਦੇ, ਉਹ ਚੇਂਜ ਕਰਦੇ ਰਹਿੰਦੇ ਆ ਤੇ ਉਹਦੇ ਲਿੰਕ ਨਹੀਂ ਬਣਦੇ ਜਾਣੀ ਉਹ ਸਿੱਧੀ ਨਾਲ ਪੂਰੇ। ਤੇ ਉਹ ਵਧੀਆ ਕੰਮ ਕਰਦਾ ਜਿਵੇਂ ਜਿਹੜੀਆਂ ਕਹਿੰਦੇ ਤੇ ਨਵਾਂ ਆ ਗਿਆ ਬਾਹਰੋਂ ਬਦਲਿਆ, ਇਹਨੂੰ ਪਤਾ ਨਹੀਂਗਾ ਸਾਰਾ ਸਿਸਟਮ ਦਾ ਉਹਨਾਂ ਪਤਾ ਟੈਕਨੋਲੋਜੀ ਤੇ ਚੱਲਦਾ ਜੀ। ਸਾਰਾ ਇਹਨਾਂ GPS ਰੱਖੇ ਆ, ਸਾਰਾ ਚੱਲਦਾ ਇਹਨਾਂ ਨੂੰ ਪਾਵਰ ਵਾਲੇ GPS ਹੁੰਦੇ ਆ। ਤੇ ਮੇਰੇ ਸਾਡੇ ਸਾਡੀ ਸਾਡੇ ਆਰਸੀਐਮਪੀ ਚੱਲਦੀ ਹੈ, ਬਹੁਤ ਵਧੀਆ ਕੰਮ ਕਰਦੀ ਹੈ ਜੀ, ਬਹੁਤ ਵਧੀਆ। ਤੇ ਮੇਰੇ ਖਿਆਲ ਜਿਹੜਾ ਖਰਚਾ ਵੀ ਚਲੋ ਸਿੱਧੀ ਪੁਲਿਸ ਲਿਆਂਦੀ ਤੇ ਖਰਚਾ ਨੇ ਜਾਂ ਘਟਾ ਲਿਆ 5-7 ਲੱਖ ਤੇ ਕੰਮ ਬੈਠ ਫੇਰ ਤਾਂ ਫਾਇਦਾ ਗਾ, ਤੇ ਨਹੀਂ ਤਾਂ ਕੋਈ ਫਾਇਦਾ ਨਹੀਂ। ਥੈਂਕ ਯੂ ਬਾਈ ਜੀ। ਪਰ ਫਿਰ ਲੋਕਤੰਤਰ ਕਿੱਥੇ ਖੜੂਗਾ? ਰੈਫਰੈਂਡਮ ਹੀ ਹੋਇਆ ਜਦ ਵੋਟਾਂ ਕਹਿ ਕੇ ਪਵਾਈਆਂ ਡਗ ਮਕੱਲਮ ਨੇ ਵੀ ਭਾਈ ਆਹ ਚੀਜ਼ ਤੇ ਵੋਟਾਂ ਪਾਇਓ, ਮੈਨੂੰ ਜਿੱਤ ਗਏ ਉਹ। ਤੇ ਕੱਲ ਨੂੰ ਸੂਬਾ ਜਾਂ ਦੇਸ਼ ਫੈਡਰਲ ਜਾਂ ਪ੍ਰੋਵਿੰਸ ਸਾਡੇ ਸ਼ਹਿਰ ਦੇ ਵਿੱਚ ਇੰਟਰਫੀਅਰੈਂਸ ਕਰੂਗਾ ਬਈ ਹੁਣ ਜੇ ਰੈਫਰੈਂਡਮ ਕਰਾ ਲਓ ਸੂਬਾ ਯੈਸ ਕਰੂਗਾ, ਇਹ ਕਿੱਧਰ ਨੂੰ ਜਾਊਗਾ? ਹਾਣੇ ਮਿਸਟਰ ਸਿੰਘ ਸਤਿ ਸ਼੍ਰੀ ਅਕਾਲ ਜੀ। ਜੀ ਜਿਹੜੀ ਪੁਲਿਸ ਅਫਸਰ ਦੀ ਗੱਲ ਚੱਲ ਰਹੀ ਆ, ਆਈ ਟੋਟਲੀ ਅੰਡਰਸਟੈਂਡ ਵੀ ਇਹ ਤਾਂ ਹਰ ਇੱਕ ਨੂੰ ਹੀ ਅੰਡਰਸਟੈਂਡਿੰਗ ਆ ਵੀ ਜਿਹੜੇ ਸਰੀ 'ਚ ਰਹਿਣ ਵਾਲੇ ਆ ਇਹ ਉਹਨਾਂ ਦਾ ਬਿਜ਼ਨਸ ਆ। ਜੇ ਹੁਣ ਆਪਾਂ ਕਹੀਏ ਬਰਨਵੀ ਵਾਲੇ ਵੋਟਾਂ ਪਾਉਣ, ਵੈਨਕੂਵਰ ਵਾਲੇ ਉਹਨਾਂ ਨੂੰ ਵੋਟਾਂ ਪਾਉਣ ਤੇ ਉਹਨਾਂ ਦੇ ਮਾਮਲੇ ਵਿੱਚ ਦਖਲ ਦੇਣ, ਦੈਟ ਇਜ਼ ਨਾਟ ਰਾਈਟ। ਉਹ ਜਿਹੜੀਆਂ ਸਰੀ ਵਾਲਿਆਂ ਦੀਆਂ ਰਾਈਟਸ ਆ, ਉਹਨਾਂ ਦੀਆਂ ਰਾਈਟਸ ਆ, ਉਹ ਵੋਟਾਂ ਪਾ ਕੇ ਜੋ ਉਹ ਚਾਹੁੰਦੇ ਆ ਉਹੀ ਹੋਣਾ ਚਾਹੀਦਾ, ਕਿਉਂਕਿ ਉਹ ਉੱਥੇ ਰਹਿੰਦੇ ਆ। ਤੇ ਪੁਲਿਸ ਵਾਲੇ ਸਰੀ ਵਿੱਚ ਉੱਠ ਕੇ ਵੈਨਕੂਵਰ ਵਾਲਿਆਂ ਵਿੱਚ ਨਹੀਂ ਜਾਂਦੇ, ਰਾਈਟ? ਤੇ ਉਹ ਬਰਨਵੀ ਨੂੰ ਟੇਕ ਓਵਰ ਨਹੀਂ ਕਰਦੇ। ਸੋ ਫਿਰ ਬਾਕੀ ਦੇ ਜਿਹੜੇ ਲੋਕ ਆ ਉਹਨਾਂ ਦਾ ਵੋਟਾਂ ਪਾਉਣ ਦਾ ਤਾਂ ਕੋਈ ਹੱਕ ਹੀ ਨਹੀਂ ਹੈਗਾ, ਉਹਨਾਂ ਦਾ ਕੋਈ ਰਾਈਟ ਹੀ ਨਹੀਂ ਹੈਗਾ। ਜੇ ਰਾਈਟ ਆ ਤਾਂ ਸਰੀ ਵਾਲੇ ਲੋਕਾਂ ਦਾ ਹੀ ਰਾਈਟ ਆ। ਦਿਸ ਇਜ਼ ਨਾਟ ਰਾਈਟ ਕਿ ਜਿਹੜੀਆਂ ਉਹ ਬਾਹਰੋਂ ਵੋਟਾਂ ਮੰਗਦੇ ਆ। ਫਿਰ ਹੈਗਾ ਜਿਹੜੇ ਪੁਲਿਸ ਵਾਲੇ ਕੋਈ ਵੀ ਹੈ, ਚਾਹੇ ਆਰਸੀਐਮਪੀ ਹੈ ਚਾਹੇ ਰੈਗੂਲਰ ਪੁਲਿਸ ਅਫਸਰ ਹੈ, ਇਹਨਾਂ ਦੀ ਡਿਊਟੀ ਹੈ, ਇਹਨਾਂ ਨੂੰ ਪੈਸੇ ਮਿਲਦੇ ਆ ਮੂੰਹ ਮੰਗਵੇਂ, ਇਹਨਾਂ ਦੀ ਡਿਊਟੀ, ਇਹਨਾਂ ਨੂੰ 2 ਗੰਨਾਂ ਦਿੱਤੀਆਂ ਜਾਂਦੀਆਂ, ਇਹਨਾਂ ਕੋਲੇ ਡੰਡੇ ਹੱਥਾਂ ਵਿੱਚ ਆ। ਤੇ ਪਰ ਜਦੋਂ ਗੋਲੀ ਚੱਲਦੀ ਆ ਤੇ ਉਦੋਂ ਇਹਨਾਂ ਨੇ ਮੂਹਰੇ ਨਹੀਂ ਹੋਣਾ, ਇੱਕ ਦੂਜੇ ਨੂੰ ਧੱਕਾ ਮਾਰਦੇ ਆ ਮੂਹਰੇ। ਚਾਹੇ ਤਾਂ ਇਹ ਲੈਵਲ ਰੱਖ ਲੈਣ ਵੀ ਆਹ ਲੈਵਲ ਹੋਣੇ ਚਾਹੀਦੇ ਇਹਨਾਂ ਦੇ, ਬਟ ਇਟਸ ਵੈਰੀ ਅਪਸੈਟਿੰਗ ਕਿ ਜਿਹੜੀਆਂ 2 ਚੀਜ਼ਾਂ ਗੋਲੀਆਂ ਚੱਲੀਆਂ ਵੈਲੋ ਮਾਲ ਤੇ 에ਅਰਪੋਰਟ ਤੇ, ਤਾਂ ਕੋਈ ਗੱਲ ਨਹੀਂ ਬਣਦੀ ਵੀ 500 ਪੁਲਿਸ ਅਫਸਰ ਦੇ ਅੱਗੇ 2 ਜਾਣੇ ਅੱਗੇ ਗੇਟਵੇ ਹੋ ਸਕਦੇ ਆ ਕਿ ਇਹਨਾਂ ਕੋਲੇ 2 ਗੰਨਾਂ, ਇੱਕ ਕੋਲੇ ਆ ਪੁਲਿਸ ਕਾਰਾਂ। ਦਿਸ ਇਜ਼ ਨਾਟ ਰਾਈਟ। 1 ਘੰਟਾ ਸੀਗਾ ਇਹਨਾਂ ਕੋਲੇ ਉਹਨਾਂ ਨੂੰ ਫੜਨ ਨੂੰ, ਪੁਲਿਸ ਨੂੰ ਕਾਰ ਅੱਗ 10-15 ਮਿੰਟਾਂ 'ਚ ਨਹੀਂ ਲਾਈ ਜਾਂਦੀ, ਅੱਧਾ ਘੰਟਾ ਉਹਨਾਂ ਨੂੰ ਜਾਣ ਨੂੰ ਲੱਗਿਆ, ਅੱਧਾ ਘੰਟਾ ਅੱਗ ਲਾਉਣ ਨੂੰ ਲੱਗਿਆ। ਕੀ ਗੱਲ ਇਹ 500,000 ਬੰਦੇ ਪੁਲਿਸ ਅਫਸਰ ਕੋਲੋਂ 1-2 ਬੰਦੇ ਨਹੀਂ ਫੜੇ ਗਏ? ਦਿਸ ਇਜ਼ ਨਾਟ ਰਾਈਟ। ਇਹਨਾਂ ਨੂੰ ਡਿਊਟੀ ਆ, ਇਹਨਾਂ ਨੂੰ ਡਟ ਕੇ ਡਿਊਟੀ ਨਿਭਾਉਣੀ ਚਾਹੀਦੀ। ਰੋਡ ਬਲੌਕ ਕਿਤੇ ਨਹੀਂ ਲਾਉਂਦੇ, ਮੁੰਡਿਆਂ ਨੂੰ ਚੈੱਕ ਨਹੀਂ ਕਿਤੇ ਕਰਦੇ, ਚੁੱਪ ਕਰਕੇ ਜੇ ਇਹ ਅਗਰੈਸਿਵ ਬਹੁਤ ਹੋ ਜਾਂਦੇ ਕਿਸੇ ਨਾਲ ਤਾਂ ਮਾੜੇ ਬੰਦੇ ਨਾਲ। ਪਰ ਜਿਹੜੇ ਗੋਲੀਆਂ ਵਾਲੇ ਆ ਉਹ ਇਹਨਾਂ ਦੇ ਮੂਹਰੇ ਅੰਨ੍ਹੇਵਾਹ ਲੰਘ ਜਾਂਦੇ ਆ, ਉਹਨਾਂ ਦੇ ਮੂਹਰੇ ਅੱਖਾਂ ਮੀਟ ਲੈਂਦੇ ਆ। ਇਹਨਾਂ ਨੂੰ ਡਿਊਟੀ ਨਿਭਾਉਣੀ ਚਾਹੀਦੀ ਹੈ। ਵੋਟਾਂ ਦਾ ਹੱਕ ਕਿਸੇ ਦਾ ਨਹੀਂ, ਹੋਰ ਓਨਲੀ ਸਿਰਫ ਸਰੀ ਵਾਲਿਆਂ ਦਾ ਹੀ ਹੱਕ ਵਾ, ਹੋਰ ਕਿਸੇ ਦਾ ਵੀ ਵੋਟਾਂ ਪਾਉਣ ਦਾ ਹੱਕ ਨਹੀਂ। ਮੈਂ ਇਹੋ ਹੀ ਕਹਿਣਾ ਮੰਗਦੀ ਸੀਗੀ। ਧੰਨਵਾਦ ਭੈਣ ਜੀ, ਧੰਨਵਾਦ। ਗੱਲ ਹੁਣ ਇਹਦੇ ਵਿੱਚ ਇੱਕੋ ਹੀ ਕਰਨ ਵਾਲੀ ਹੈ, ਬਾਕੀ ਤਾਂ ਜਿਵੇਂ ਮਰਜ਼ੀ ਕਰ ਲਓ, ਹਲੇ ਗਾਹਾਂ ਰੈਫਰੈਂਡਮ ਕਿੱਧਰ ਨੂੰ ਜਾਣਾ ਨਾ ਜਾਣਾ। ਪਰ ਅਸਲ ਗੱਲ ਇਹ ਕਰਨ ਵਾਲੀ ਹੈ ਕਿ ਸ਼ਹਿਰ ਦੇ ਮਾਮਲਿਆਂ ਦੇ ਵਿੱਚ ਸੂਬਾ ਤੇ ਜਾਂ ਫਿਰ ਫੈਡਰਲ, ਫਿਰ ਝੰਡੇ ਦਾ ਆਪਣੇ ਦਾ ਮਤਲਬ ਕੀ ਹੈ? ਤੇ ਰੈਫਰੈਂਡਮ ਮੇਰੇ ਖਿਆਲ ਕਈ ਵਾਰ ਹੋ ਗਿਆ, ਤੇ ਰੈਫਰੈਂਡਮ ਤਾਂ ਹਲੇ ਰਹਿੰਦਾ ਨਹੀਂ। ਰੈਫਰੈਂਡਮ ਤਾਂ ਉਹਦੇ 'ਚ ਹੀ ਵੋਟਾਂ ਪਈਆਂ ਜਾਂ ਜਿੱਤੇ ਨੇ ਡਗ ਮਕੱਲਮ ਹੋਣੇ। ਵਿਰੋਧੀਆਂ ਦੀ ਗੱਲ ਇਹ ਹੈ ਵੀ ਸਾਨੂੰ ਭਰੋਸੇ 'ਚ ਨਹੀਂ ਲਿਆ, ਉਹ ਖੈਰ ਆਪਣੀ ਉਹਨਾਂ ਦੀ ਗੱਲ। ਹੁਣ ਇਹਨੇ ਅੱਗੇ ਕਿੱਧਰ ਨੂੰ ਜਾਣਾ ਇਹ ਸਮਾਂ ਦੱਸੇਗਾ, ਪਰ ਸ਼ੁਰੂਆਤ ਜਿਹੜੀ ਉਹਨਾਂ ਨੇ
ਕਰ ਦਿੱਤੀ, ਜਿਹੜੀ ਅਪਰੂਵਲ ਲੈ ਲਈ। ਸੱਜਣ ਅਦੀਬ ਅਖੀਰ 'ਚ ਤੁਹਾਡੇ ਲਈ, ਤੇ ਕੱਲ ਨੂੰ ਮੁੜਦਾ ਫੇਰ, ਰੱਬ ਰੱਖਾ।